बहुत पहला जंगल विच एक भेड़िया हुंदा सी जिहड़ा अपने परिवार लई खाना लभ रिहा सी। जंगल विच ओनू एक आवाज़ सुनाई दित्ती। ਲੱਭਣ ते ओनू झाड़ियां दे पिछे एक छोटा जिहा जवाक मिलिया। ਇਹ ਤਾਂ मनुख दा बच्चा है, भेड़िया चौंक के बोलिया। ਉਹ उस जवाक नू कर लै गया ओदी रखिया करन लई। जंगल दा बाग शेर खान ਇਹ देख के नाराज़ होया क्योंकि उस जवाक नू मनुखा तो वो चोरी करके ले आया सी। भेड़िए दे परिवार नू ये जवाक बड़ा प्यारा लग्या। असीं इनू मोगली सदांगे। उस दिन तो मोगली अपने भेड़िए भरावां दे नाल रहन लगा। माँ उदा बड़ा ख्याल रखदी जिवें उदा अपना जवाक होवे। बड़ी छेती ओदी सारे जानवरां नाल दोस्ती हो गई। ਉਹ ਉਹਨਾਂ ਨਾਲ खेलन कुदण लगा ਅਤੇ जंगल ਦਾ ਚੱਪਾ ਚੱਪਾ ਜਾਣ ਚੁੱਕਾ ਸੀ। ऐसे दौरान शेर खान मोगली उत्ते दूरों नज़र रखे हुए सी ਅਤੇ मौका लभ रहा सी कि कदों ਉਹਨੂੰ फड़ सके। एक दिन भेड़िया काड़ा, भालू बलू ਅਤੇ तेंदुआ बगीरा मिले मोगली दी गल करन लई। मनुख दे बच्चे सियाने होंदे ने, क्यों ना उन्होंने जंगल दा बच्चा बना लीए। बल्लू ते बगीरा तुसी दोनों उसकी रक्षा करोगे ते उन्होंने जंगल के तरीके सिखाओगे। अकेला ने कहा। कई साल बीत गए। बल्लू बहुत ध्यान नाल मास्टरी कर रहा सी। उसने उन्होंने फल लभना ते शहद कढ़ना सिखाया। मोगली बल्लू दियां गल्लां चंगी तरह सुनदा सी। हर रोज़ वो उच्चे तो उच्चे पेड़ ते चढ़ के खाना खांदा सी। बल्लू ने उन्हों जंगल दी आवाज़ नू पछाणना भी सिखाया। उन्हों मोगली उत्ते नाज सी कि भजदा सी मोगली ते कि तैरदा सी। बगीरा ने उन्हों सिखाया कि वे मनुख दे फंदियां नू पछाणे ਅਤੇ ਕਿੱਦਾਂ ਉਹਨਾਂ ਤੋਂ ਬਚੇ। ਇੱਕ ਦਿਨ ਇੱਕ ਨਿੱਕਾ ਭੇੜੀਆ ਇੱਕ ਫੰਦੇ ਵਿੱਚ ਫਸ ਗਿਆ। ਸ਼ੇਰ ਖਾਨ ਇਸ ਜਵਾਕ ਦਾ ਸ਼ਿਕਾਰ ਕਰਕੇ ਇਹਨੂੰ ਖਾਣਾ ਚਾਹੁੰਦਾ ਸੀ, ਪਰ ਉਸ ਤੋਂ ਇੱਕ ਕਦਮ ਪਹਿਲਾਂ ਮੋਗਲੀ ਨੇ ਉਹਨੂੰ ਬਚਾ ਲਿਆ। ਸ਼ੇਰ ਖਾਨ ਨੂੰ ਇਹ ਹਾਰ ਬੁਰੀ ਲੱਗੀ। बल्लू ने मोगली नू खतरे वेले लाउण वाली आवाज़ भी सिखाई। मोगली नू ये भी चेते हो गया जंगल दा कोई भी जानवर मोगली नू नुकसान नहीं पहुँचाता सी। ये जान के कि वो मोगली नू कल्ला नहीं फड़ सकेगा। शेर खान जंगल दे सब तो खतरनाक जानवर बांदरां दे कोल गया अते उन्हां नू मोगली दे बारे दस्सिया। मोगली नू जो भी आंदा है जे वो सानू सिखा दे ते असीं सब नालों सियाने जानवर बन जाएंगे। एक दिन जदों मोगली अपने लई बरसाती बना रहा सी ते बांदर ओनू दूर तो लुक लुक के देख रहे सी। ओ ओनू किडनैप करन दा मौका पाल रहे सी। शाम हुंदे ही ओ मोगली नू चुक के संघणे जंगल विच अपने अड्डे ते ले गए। ਉਹ ਹੁਣ ਬਾਂਦਰਾ ਬਚਾਲੇ ਸੀ। ਮੋਗਲੀ ਨੂੰ ਜਦ ਸਮਝ ਆਇਆ ਕਿ ਉਹਨੂੰ ਕਿਡਨੈਪ ਕੀਤਾ ਗਿਆ ਹੈ, ਉਹ ਸੋਚਣ ਲੱਗਿਆ ਉਹਨੂੰ ਕਿਸੇ ਵੀ ਤਰ੍ਹਾਂ ਬਗੀਰਾ ਤੇ ਬੱਲੂ ਨੂੰ ਖਬਰ ਦੇਣੀ ਹੋਵੇਗੀ। ਅਚਾਨਕ ਉਹਨੂੰ ਵਲਚਰ ਚੀਲ ਦਿਸਿਆ ਅਸਮਾਨ ਵਿੱਚ ਉੜਦਾ। ਉਹਨੂੰ ਖਤਰੇ ਵਾਲੀ ਆਵਾਜ਼ ਚੇਤੇ ਆਈ। ਆਪਣਾ ਖੂਨ ਇੱਕੋ रंग लाल लाल। ਇਹ ਸੁਣਦੇ ਹੀ ਚੀਲ ਸਮਝ ਗਿਆ ਕਿ ਮੋਗਲੀ ਉਹਦਾ ਕੋਈ ਆਪਣਾ ਹੀ ਹੈ ਅਤੇ ਇਹ ਕਿ ਉਹ ਖਤਰੇ ਵਿੱਚ ਹੈ। ਮੇਰਾ ਨਾਮ ਮੋਗਲੀ ਹੈ। ਬੱਲੂ ਤੇ ਬਗੀਰਾ ਨੂੰ ਦੱਸੋਗੇ ਕਿ ਮੈਂ ਫਸਿਆ ਹੋਇਆ ਹਾਂ? ਬਿਲਕੁਲ, ਚੀਲ ਬੋਲਿਆ ਅਤੇ ਉਹਨੇ ਉੱਡੀ ਮਾਰੀ ਖਬਰ ਪਹੁੰਚਾਉਣ ਲਈ। ਬਾਂਦਰ ਉਹਨੂੰ ਚੁੱਕ ਕੇ ਆਪਣੀ ਗੁਫਾ ਵਿੱਚ ਲੈ ਗਏ। ਬਾਂਦਰ ਨਗਰ ਵਿੱਚ
ਇਹ ਜੰਗਲ ਵਿੱਚ ਇੱਕ ਕਿਲਾ ਸੀ ਜਿਹਨੂੰ ਮਨੁੱਖ ਕਈ ਸਾਲ ਪਹਿਲਾਂ ਛੱਡ ਗਏ ਸੀ। ਮੋਗਲੀ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਫਾਇਦਾ ਨਹੀਂ ਹੋਇਆ। ਬਗੀਰਾ ਅਤੇ ਬੱਲੂ ਨੇ ਸੱਪ ਕੋਲੋਂ ਮਦਦ ਮੰਗੀ। ਉਹ ਤਿੰਨੋਂ ਬਾਂਦਰ ਨਗਰ ਵਿੱਚ ਇੱਕ ਮੂਰਤੀ ਦੇ ਪਿੱਛੇ ਲੁਕ ਗਏ। ਉਹਨਾਂ ਨੂੰ ਕਈ ਬਾਂਦਰ ਮੋਗਲੀ ਦੇ ਆੜੇ ਦੁਆੜੇ ਦਿਖ ਰਹੇ ਸੀ। ਉਹ ਮੋਗਲੀ ਨੂੰ ਬਚਾਉਣ ਦਾ ਮੌਕਾ ਲੱਭ ਰਹੇ ਸੀ ਅਤੇ ਮੌਕਾ ਆਂਦੇ ਹੀ ਕਾਂ ਬੋਲਿਆ, ਹੁਣੇ ਚਲੋ, ਸਹੀ ਮੌਕਾ ਹੈ। ਬਗੀਰਾ ਪਹਿਲਾਂ ਗਿਆ ਹੌਲੀ ਜਿਹੇ ਬਾਂਦਰਾਂ ਨੂੰ ਡਰਾਉਣ। ਫਿਰ ਉਹ ਆਪਣੇ ਪੰਜਿਆਂ ਨਾਲ ਬਾਂਦਰਾਂ ਤੇ ਵਾਰ ਕਰਨ ਲੱਗਾ। ਸਾਰੇ ਬਾਂਦਰ ਡਰ ਦੇ ਮਾਰੇ ਭੱਜੇ। ਉਹਨਾਂ ਵਿੱਚੋਂ ਇੱਕ ਨੇ ਬਾਕੀਆਂ ਨੂੰ ਬੁਲਾ ਲਿਆ। ਅਚਾਨਕ ਬਗੀਰਾ ਨੂੰ ਬਾਂਦਰਾਂ ਨੇ ਘੇਰ ਲਿਆ। ਬਾਂਦਰਾਂ ਨੇ ਮੋਗਲੀ ਨੂੰ ਫੜ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੋਗਲੀ ਨੂੰ ਬਗੀਰਾ ਦੇ ਲੜਨ ਦੀ ਆਵਾਜ਼ ਆ ਰਹੀ ਸੀ। ਉਹਨੂੰ ਚੇਤੇ ਸੀ ਕਿ ਖੰਡਰ ਦੇ ਥੱਲੇ ਪਾਣੀ ਦਾ ਕੁੰਡ ਹੈ ਅਤੇ ਉਹਨੂੰ ਇਹ ਵੀ ਪਤਾ ਸੀ ਕਿ ਬਾਂਦਰ ਪਾਣੀ ਤੋਂ ਡਰਦੇ ਨੇ। ਬਗੀਰਾ, ਛੇਤੀ ਪਾਣੀ ਵਿੱਚ ਛਾਲ ਮਾਰ। ਹੁਣ ਬੱਲੂ ਨੂੰ ਵੀ ਬਾਂਦਰਾਂ ਨੇ ਘੇਰ ਲਿਆ। ਬੱਲੂ ਆਪਣੇ ਨੂੰ ਬਚਾਉਣ ਲਈ ਆਪਣੇ ਪੰਜਿਆਂ ਨਾਲ ਲੜ ਰਿਹਾ ਸੀ। ਉਹ ਚੰਗਾ ਲੜ ਰਿਹਾ ਸੀ ਪਰ ਬਾਂਦਰ ਬਹੁਤ ਜ਼ਿਆਦਾ ਸੀ ਅਤੇ ਬੱਲੂ ਕੱਲਾ ਪੈ ਗਿਆ। ਉਧਰ ਬਗੀਰਾ ਪਾਣੀ ਵਿੱਚ ਬੇਬਸ ਸੀ। ਆਪਣੇ ਦੋਸਤ ਦੀ ਮਦਦ ਨਹੀਂ ਕਰ ਪਾ ਰਿਹਾ ਸੀ। ਬੱਲੂ ਬਾਂਦਰਾਂ ਵਿੱਚ ਉਲਝਿਆ ਹੋਇਆ ਸੀ ਕਿ ਕਾਂ ਉੱਥੇ ਆਇਆ। ਕਾਂ ਨੇ ਆਪਣੀ ਪੂੰਛ ਨਾਲ ਬਾਂਦਰਾਂ ਨੂੰ ਚਪੇੜ ਮਾਰੀ ਅਤੇ ਉਹ ਸਾਰੇ ਭੱਜੇ। ਬਾਂਦਰ ਕਾਂ ਕੋਲੋਂ ਹਮੇਸ਼ਾ ਡਰਦੇ ਸੀ। ਉਹਦੇ ਸਾਹਮਣੇ ਟਿਕ ਨਹੀਂ ਪਾਉਂਦੇ ਸੀ। ਜਦੋਂ ਉਹ ਲੋਕ ਉੱਥੋਂ ਦੂਰ ਸੰਘਣੇ ਜੰਗਲ ਵਿੱਚ ਚਲੇ ਗਏ, ਬੱਲੂ ਆਜ਼ਾਦ ਹੋ ਗਿਆ। ਫਿਰ ਕਾਂ ਨੇ ਆਪਣੀ ਫੂਕ ਮਾਰੀ ਅਤੇ ਬਾਂਦਰ ਸਾਰੇ ਸੁੰਨ ਹੋ ਗਏ। ਉਹਨਾਂ ਦੀ ਆਵਾਜ਼ ਬੰਦ ਹੋ ਗਈ ਅਤੇ ਇੱਕਦਮ ਸੰਨਾਟਾ ਹੋ ਗਿਆ। ਮੌਕੇ ਦਾ ਫਾਇਦਾ ਚੁੱਕਦੇ ਹੋਏ ਬਗੀਰਾ ਪਾਣੀ ਤੋਂ ਬਾਹਰ ਨਿਕਲਿਆ। ਮੋਗਲੀ ਉਸ ਕਮਰੇ ਚੋਂ ਚਿল্ਲਾਇਆ, ਮੈਂ ਇੱਥੇ ਹਾਂ, ਇਸ ਕਮਰੇ ਵਿੱਚ। ਕਾਂ ਨੇ ਆਪਣੀ ਪੂੰਛ ਦੇ ਕੇ ਮਾਰੀ ਅਤੇ ਕੰਧ ਡਿੱਗ ਪਏ ਅਤੇ ਮੋਗਲੀ ਛਾਲ ਮਾਰ ਕੇ ਬਾਹਰ ਆਇਆ। ਬੱਲੂ ਨੇ ਉਹਨੂੰ ਗਲੇ ਲਾ ਲਿਆ। ਤੂੰ ਠੀਕ ਤਾਂ ਹੈ ਨਾ ਮੋਗਲੀ? ਹਾਂ, ਠੀਕ ਹਾਂ, ਪਰ ਭੁੱਖ ਲੱਗੀ ਹੈ ਬੜੀ। ਤੁਸੀਂ ਸਾਰਿਆਂ ਨੇ ਆਪਣੀ ਨਾ ਸੋਚ ਕੇ ਮੇਰੀ ਜਾਨ ਬਚਾਈ। ਤੁਸੀਂ ਨਾ ਹੁੰਦੇ ਤਾਂ ਇਹ ਨਾ ਹੁੰਦਾ। ਥੈਂਕ ਯੂ। ਮੋਗਲੀ, ਬੱਲੂ ਤੇ ਬਗੀਰਾ ਕਾਂ ਨੂੰ ਬਾਏ ਕਹਿ ਕੇ ਘਰ ਵੱਲ ਤੁਰ ਪਏ। ਹੁਣ ਸ਼ੇਰ ਖਾਨ ਨੂੰ ਇਹ ਗੱਲ ਸਮਝ ਆ ਗਈ ਕਿ ਜਿਹਦੇ ਰਿਸ਼ਤੇ ਇੰਨੇ ਮਜ਼ਬੂਤ ਹੋਣ ਉਹ ਉਹਨੂੰ ਸੱਟ ਨਹੀਂ ਪੁਜਾ ਸਕਦਾ। ਉਹ ਆਪਣੇ ਘਰ ਨੂੰ ਪਰਤ ਗਿਆ, ਫੇਰ ਨਹੀਂ ਮੁੜਿਆ। ਕਈ ਸਾਲ ਲੰਘ ਗਏ ਅਤੇ ਮੋਗਲੀ ਇੱਕ ਗੱਭਰੂ ਜਵਾਨ ਬਣ ਗਿਆ ਸੀ। ਇੱਕ ਦਿਨ ਉਹ ਮਨੁੱਖਾਂ ਦੇ ਪਿੰਡ ਦੇ ਨੇੜੇ ਗਿਆ। ਉਹਨੂੰ ਇੱਕ ਜਨਾਨੀ ਦਿਸੀ ਜਿਨੇ ਉਹਨੂੰ ਪਛਾਣ ਲਿਆ। ਇਹ ਉਹ ਪੁੱਤਰ ਸੀ ਜਿਹਨੂੰ ਇੱਕ ਬਾਘ ਨੇ ਕਈ ਸਾਲ ਪਹਿਲਾਂ ਖੋਹ ਲਿਆ ਸੀ। ਉਹਨੇ ਉਹ ਜਵਾਕ ਮੋਗਲੀ ਨੂੰ ਦੇ ਦਿੱਤਾ। ਮੋਗਲੀ ਚੌਂਕ ਗਿਆ ਕਿਉਂਕਿ ਇਹ ਜਵਾਕ ਬਿਲਕੁਲ ਬਚਪਨ ਦਾ ਮੋਗਲੀ ਲੱਗਦਾ ਸੀ। ਤਾਂ ਉਹਨੂੰ ਸਮਝ ਆਇਆ ਕਿ ਉਹ ਜਵਾਕ ਉਹਦਾ ਭਰਾ ਅਤੇ ਉਹ ਜਨਾਨੀ ਉਹਦੀ ਮਾਂ ਹੈ। ਬੱਲੂ, ਬਗੀਰਾ ਅਤੇ ਕਾਂ ਉਹਨਾਂ ਨੂੰ ਦੇਖ ਰਹੇ ਸੀ। ਹੁਣ ਤੁਸੀਂ ਆਪਣੇ ਪਰਿਵਾਰ ਨਾਲ ਰਹਿ ਸਕਦੇ ਹੋ ਮੋਗਲੀ। ਲੋੜ ਹੋਵੇ ਜੇ ਸਾਡੀ ਮਹਿਸੂਸ ਤਾਂ ਆਵਾਜ਼ ਦੇ ਦੀ ਬਸ। ਤੁਸੀਂ ਸਾਡੇ ਭਰਾ ਹੋ, ਇੰਨਾ ਭੁੱਲੇ ਕਦੀ। ਗੁੱਡ ਬਾਏ ਮੋਗਲੀ। ਉਹਦੇ ਦੋਸਤਾਂ ਨੇ ਉਹਦੇ ਤੋਂ ਵਿਦਾ ਲਿੱਤੀ ਅਤੇ ਮੋਗਲੀ ਆਪਣੇ ਇਸ ਪਰਿਵਾਰ ਨਾਲ ਖੁਸ਼ੀ ਰਿਹਾ। ਪਰ ਉਹ ਆਪਣੇ ਜੰਗਲ ਦੇ ਉਸ ਪਰਿਵਾਰ ਨੂੰ ਕਦੇ ਨਹੀਂ ਭੁੱਲਿਆ ਜਿਨ੍ਹਾਂ ਨਾਲ ਪਿਆਰ ਦਾ ਰਿਸ਼ਤਾ ਸੀ।
ਬਹੁਤ ਪਹਿਲਾਂ ਦੀ ਗੱਲ ਹੈ। ਅਲੀ ਬਾਬਾ ਨਾਂ ਦਾ ਇੱਕ ਕਾਰਪੈਂਟਰ ਹੋਇਆ ਕਰਦਾ ਸੀ। ਉਹ ਆਪਣੀ ਵਹੁਟੀ ਨਾਲ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਲੀ ਬਾਬਾ ਆਪਣੇ ਖੋਤੇ ਨੂੰ ਲੈ ਕੇ ਜੰਗਲ ਵਿੱਚ ਲੱਕੜੀਆਂ ਕੱਟਣ ਜਾਇਆ ਕਰਦਾ ਸੀ ਅਤੇ ਉਹਨਾਂ ਲੱਕੜੀਆਂ ਨੂੰ ਵੇਚ ਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹ ਲੱਕੜੀਆਂ ਕੱਟਣ ਜੰਗਲ ਵਿੱਚ ਗਿਆ। ਉਸੇ ਵੇਲੇ ਉਹਨੂੰ ਆਵਾਜ਼ ਸੁਣਾਈ ਦਿੱਤੀ, ਘੋੜਿਆਂ ਦੀ ਇੱਕ ਟੋਲੀ ਦੀ, ਅਤੇ ਉਹਨੂੰ ਘਬਰਾਹਟ ਹੋਣ ਲੱਗੀ। ਸ਼ਾਇਦ ਇਹ ਚੋਰ ਹੈ, ਮੈਂ ਲੁਕ ਜਾਣਾ। ਖੋਤੇ ਨੂੰ ਝਾੜੀਆਂ ਦੇ ਪਿੱਛੇ ਲੁਕਾ ਕੇ ਅਲੀ ਬਾਬਾ ਪੇੜ ਉੱਤੇ ਚੜ ਗਿਆ। ਉਹ ਟੋਲੀ ਸਿੱਧੇ ਉਸ ਪੇੜ ਦੇ ਥੱਲੇ ਆ ਕੇ ਹੀ ਰੁਕੀ। ਅਲੀ ਬਾਬਾ ਨੇ ਗਿਣਤੀ ਕੀਤੀ, ਉਹ ਪੂਰੇ 40 ਸੀ। ਉਹਨਾਂ ਲੋਕਾਂ ਨੇ ਕੁਝ ਭਾਰੀ ਸਮਾਨ ਆਪਣੇ ਘੋੜਿਆਂ ਤੋਂ ਲਾਇਆ। ਅਲੀ ਬਾਬਾ ਨੂੰ ਸਮਝ ਆ ਗਿਆ ਕਿ ਉਹ ਚੋਰ ਨੇ। ਉਹਨਾਂ ਦਾ ਸਰਦਾਰ ਇੱਕ ਵੱਡੀ ਚਟਾਨ ਕੋਲ ਗਿਆ ਅਤੇ ਜ਼ੋਰ ਨਾਲ ਚਿল্ਲਾਇਆ, ਖੁੱਲ ਜਾ ਸਿਮ ਸਿਮ। ਉਸੇ ਵੇਲੇ ਕੁਝ ਅਜੀਬ ਹੋਇਆ। ਉਹ ਵੱਡੀ ਚਟਾਨ ਹਟ ਗਈ, ਜਿਵੇਂ ਇੱਕ ਗੇਟ ਹੋਵੇ, ਅਤੇ ਸਾਹਮਣੇ ਸੀ ਇੱਕ ਗੁਫਾ। ਸਾਰੇ ਚੋਰ ਇੱਕ ਇੱਕ ਕਰਕੇ ਅੰਦਰ ਗਏ ਆਪਣੇ ਭਾਰੀ ਸਮਾਨ ਦੇ ਨਾਲ। ਆਖਰੀ ਚੋਰ ਦੇ ਜਾਂਦੇ ਹੀ ਉਹ ਚਟਾਨ ਫੇਰ ਆਪਣੀ ਥਾਂ ਉੱਤੇ ਆ ਗਈ। ਅਲੀ ਬਾਬਾ ਨੂੰ ਭਰੋਸਾ ਨਹੀਂ ਹੋਇਆ, ਪਰ ਥੋੜੀ ਦੇਰ ਬਾਅਦ ਉਹ ਚਟਾਨ ਫੇਰ ਹਿੱਲੀ ਤੇ ਚੋਰ ਬਾਹਰ ਆਏ। ਉਹਨਾਂ ਦਾ ਸਰਦਾਰ ਜ਼ੋਰ ਨਾਲ ਚਿল্ਲਾਇਆ, ਬੰਦ ਹੋ ਜਾ ਸਿਮ ਸਿਮ। ਉਸ ਚਟਾਨ ਨੇ ਫੇਰ ਤੋਂ ਰਸਤਾ ਬੰਦ ਕਰ ਦਿੱਤਾ ਅਤੇ ਉਹ ਟੋਲੀ ਘੋੜਿਆਂ ਤੇ ਸਵਾਰ ਹੋ ਕੇ ਚਲੀ ਗਈ। ਅਲੀ ਬਾਬਾ ਪੇੜ ਤੋਂ ਥੱਲੇ ਉਤਰਿਆ ਅਤੇ ਸਿੱਧਾ ਚਟਾਨ ਵੱਲ ਗਿਆ। ਉਹਨੇ ਉਹੀ ਸ਼ਬਦ ਕਹੇ, ਖੁੱਲ ਜਾ ਸਿਮ ਸਿਮ। ਉਹ ਚਟਾਨ ਗੜਗੜਾਹਟ ਦੀ ਆਵਾਜ਼ ਨਾਲ ਫੇਰ ਤੋਂ ਹਟ ਗਈ। ਅਲੀ ਬਾਬਾ ਅੰਦਰ ਗਿਆ। ਅੰਦਰ ਜੋ ਸੀ ਉਹ ਵੇਖ ਕੇ ਉਹਦਾ ਸਿਰ ਘੁੰਮ ਗਿਆ। ਸੋਨੇ ਦੇ ਸਿੱਕੇ, ਹੀਰੇ, ਖਜ਼ਾਨੇ ਇੱਧਰ ਉੱਧਰ ਹੀ ਬਿਖਰੇ ਹੋਏ ਪਏ ਸੀ। ਉਹਨੇ ਚੁਣ ਕੇ 3 ਬੋਰੀਆਂ ਸੰਭਾਲ ਲਿਆ ਅਤੇ ਨਿਕਲ ਗਿਆ। ਬਾਹਰ ਉਹਨੇ ਫੇਰ ਤੋਂ ਉਹ ਬੋਲਿਆ ਜੋ ਸਰਦਾਰ ਨੇ ਬੋਲਿਆ ਸੀ, ਬੰਦ ਹੋ ਜਾ ਸਿਮ ਸਿਮ। ਉਹਨੇ ਸਾਰਾ ਸਮਾਨ ਆਪਣੇ ਖੋਤੇ ਉੱਤੇ ਰੱਖਿਆ ਅਤੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹਨੇ ਉਹ ਸਮਾਨ ਆਪਣੀ ਵਹੁਟੀ ਨੂੰ ਵਿਖਾਇਆ। ਉਹਨੂੰ ਵੀ ਸਮਝ ਨਹੀਂ ਆਇਆ ਕਿ ਅਲੀ ਬਾਬਾ ਇਹ ਸਭ ਲਿਆਇਆ ਕਿੱਥੋਂ, ਇੰਨਾ ਸੋਨਾ ਕਿੱਥੋਂ ਮਿਲਿਆ। ਅਲੀ ਬਾਬਾ ਨੇ ਉਹਨੂੰ ਸਾਰੀ ਕਹਾਣੀ ਦੱਸੀ। ਉਹ ਸੁਣ ਕੇ ਬੜੀ ਖੁਸ਼ ਹੋਈ ਅਤੇ ਸਮਾਨ ਕੱਢਣ ਲੱਗੀ। ਚਲੋ ਗਿਣਦੇ ਹਾਂ, ਸਾਡੇ ਕੋਲ ਕਿੰਨੇ ਸਿੱਕੇ ਨੇ। ਨਹੀਂ, ਇੱਕ ਟੋਆ ਪੱਟ ਕੇ ਉਹਦੇ ਅੰਦਰ ਲੁਕਾ ਦਿੰਨੇ ਹਾਂ। ਫੇਰ ਤੁਸੀਂ ਦੱਬਣ ਵਾਸਤੇ ਥਾਂ ਬਣਾਓ ਅਤੇ ਮੈਂ ਤੁਹਾਡੇ ਭਰਾ ਕਾਸਿਮ ਕੋਲੋਂ ਭਾਂਡਾ ਲੈ ਕੇ ਆਂਦੀ ਹਾਂ। ਅਲੀ ਬਾਬਾ ਦਾ ਭਰਾ ਬੜਾ ਅਮੀਰ ਸੀ, ਪਰ ਲਾਲਚੀ ਵੀ ਸੀ। ਉਹ ਕਦੀ ਅਲੀ ਬਾਬਾ ਦੀ ਮਦਦ ਨਹੀਂ ਕਰਦਾ ਸੀ। ਇਸ ਕਰਕੇ ਅਲੀ ਬਾਬਾ ਨੇ ਕਿਹਾ, ਸਿੱਕਿਆਂ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ। ਉਹਦੀ ਵਹੁਟੀ ਕਾਸਿਮ ਤੋਂ ਨਾਪਣ ਵਾਸਤੇ ਭਾਂਡਾ ਮੰਗਣ ਪਹੁੰਚੀ। ਕਾਸਿਮ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਉਹਨੇ ਪੁੱਛਿਆ, ਤੈਨੂੰ ਕਿਉਂ ਚਾਹੀਦਾ ਹੈ? ਕੀ ਨਾਪੇਂਗੀ ਉਸ ਵਿੱਚ? ਅਲੀ ਬਾਬਾ ਦੀ ਵਹੁਟੀ ਨੇ ਕੁਝ ਝੂਠ ਮੂਠ ਜਿਹਾ ਕਹਿ ਦਿੱਤਾ। ਕਾਸਿਮ ਨੂੰ ਉਹਦੇ ਉੱਤੇ ਭਰੋਸਾ ਨਹੀਂ ਹੋਇਆ। ਉਹਨੇ ਚੁੱਪਕੇ ਜਿਹੇ ਭਾਂਡੇ ਥੱਲੇ ਸ਼ਹਿਦ ਲਾ ਕੇ ਦੇ ਦਿੱਤਾ। ਉਸੇ ਭਾਂਡੇ ਵਿੱਚ ਸੋਨੇ ਦੇ ਸਿੱਕੇ ਨਾਪਣ ਲੱਗੇ ਦੋਨੋਂ, ਅਤੇ ਫੇਰ ਸਾਰੇ ਸਿੱਕੇ ਦੱਬ ਦਿੱਤੇ।
ਉਸ ਤੋਂ ਬਾਅਦ ਅਲੀ ਬਾਬਾ ਦੀ ਬੋਟੀ ਕਾਸਿਮ ਨੂੰ ਭਾਂਡਾ ਮੋੜਨ ਗਈ, ਪਰ ਉਹਨੇ ਵੇਖਿਆ ਹੀ ਨਹੀਂ ਕਿ ਭਾਂਡੇ ਥੱਲੇ ਸੋਨੇ ਦਾ ਇੱਕ ਸਿੱਕਾ ਚਿਪਕ ਗਿਆ ਸੀ। ਇਹ ਬਹੁਤ ਵੱਡੀ ਗਲਤੀ ਕੀਤੀ ਸੀ ਉਹਨੇ। ਕਾਸਿਮ ਨੂੰ ਭਾਂਡਾ ਮਿਲਦੇ ਹੀ ਉਹਨੇ ਉਹਦੇ ਥੱਲੇ ਵੇਖਿਆ। ਸੋਨੇ ਦਾ ਸਿੱਕਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਕਿੱਥੋਂ ਮਿਲਿਆ ਹੋਣਾ ਅਲੀ ਬਾਬਾ ਨੂੰ ਉਹ ਸੋਨਾ? ਕਾਸਿਮ ਦੀ ਨੀਂਦ ਉੜ ਗਈ। ਸਵੇਰ ਹੁੰਦੇ ਹੀ ਉਹ ਅਲੀ ਬਾਬਾ ਦੇ ਘਰ ਗਿਆ ਅਤੇ ਉਹਨੂੰ ਭਾਂਡੇ ਦੇ ਥੱਲੇ ਲੱਗਿਆ ਹੋਇਆ ਸਿੱਕਾ ਵਿਖਾਇਆ। ਅਲੀ ਬਾਬਾ, ਤੂੰ ਸੋਨਾ ਮੁੱਲ ਤਾਂ ਨਹੀਂ ਲੈ ਸਕਦਾ। ਕਿੱਥੋਂ ਆਇਆ ਇਹ ਸੋਨਾ? ਦੱਸ ਮੈਨੂੰ। ਅਲੀ ਬਾਬਾ ਨੇ ਕਾਸਿਮ ਨੂੰ ਸਾਰੀ ਕਹਾਣੀ ਦੱਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਦੱਸੇ। ਜੇ ਤੂੰ ਮੈਨੂੰ ਉਸ ਥਾਂ ਤੇ ਨਹੀਂ ਲੈ ਕੇ ਗਿਆ ਤਾਂ ਮੈਂ ਚੋਰਾਂ ਨੂੰ ਦੱਸ ਦਿਆਂਗਾ ਤੂੰ ਕੀ ਕੀਤਾ ਹੈ। ਪਰ ਕਾਸਿਮ, ਅਲੀ ਬਾਬਾ ਨੂੰ ਪਤਾ ਸੀ ਕਿ ਕਾਸਿਮ ਸੱਚੀ ਹੀ ਦੱਸ ਦੇਵੇਗਾ। ਉਹਨੂੰ ਕਾਸਿਮ ਨੂੰ ਉੱਥੇ ਲੈ ਕੇ ਜਾਣਾ ਹੀ ਪਿਆ। ਉਹ ਗੁਫਾ ਇਸੇ ਪਹਾੜੀ ਦੇ ਪਿੱਛੇ ਹੈ। ਚਲੋ ਇੱਥੋਂ ਛੇਤੀ ਚਲੀਏ, ਕਿਤੇ ਉਹ ਚੋਰ ਫੇਰ ਨਾ ਆ ਜਾਣ। ਦੋਨੋਂ ਵਾਪਸ ਘਰ ਮੁੜ ਆਏ, ਪਰ ਕਾਸਿਮ ਦਾ ਧਿਆਨ ਉੱਥੇ ਗੁਫਾ ਵਿੱਚ ਹੀ ਸੀ। ਉਹ ਹੱਥੋਂ ਹੱਥ 2 ਖੋਤੇ ਲੈ ਕੇ ਗੁਫਾ ਕੋਲ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਉਹ ਸ਼ਬਦ ਦੁਹਰਾਏ ਜਿਹੜੇ ਅਲੀ ਬਾਬਾ ਨੇ ਦੱਸੇ ਸੀ। ਖੁੱਲ ਜਾ ਸਿਮ ਸਿਮ। ਉਹ ਚਟਾਨ ਹਟ ਗਈ ਅਤੇ ਰਸਤਾ ਖੁੱਲ ਗਿਆ। ਕਾਸਿਮ ਨੂੰ ਭਰੋਸਾ ਨਹੀਂ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਉਹ ਹੱਕਾ ਵੱਕਾ ਰਹਿ ਗਿਆ। ਇੰਨਾ ਸੋਨਾ ਵੇਖ ਕੇ ਉਹਦਾ ਦਿਮਾਗ ਖਰਾਬ ਹੋ ਗਿਆ। ਉਹਨੇ ਛੇਤੀ ਛੇਤੀ ਸੋਨਾ ਭਰਿਆ ਆਪਣੇ ਝੋਲੇ ਵਿੱਚ। ਜਦੋਂ ਥਾਂ ਨਹੀਂ ਬਚੀ, ਉਹ ਬਾਹਰ ਨਿਕਲਣ ਲੱਗਿਆ, ਪਰ ਗੁਫਾ ਤਾਂ ਚਟਾਨ ਨਾਲ ਬੰਦ ਸੀ ਅਤੇ ਉਹਨੂੰ ਖੋਲ੍ਹਣ ਵਾਸਤੇ ਉਹਨੇ ਜੋ ਸ਼ਬਦ ਬੋਲਨੇ ਸੀ ਉਹ ਉਹਨੂੰ ਯਾਦ ਨਹੀਂ ਆ ਰਹੇ ਸੀ ਤੇ ਉਹ ਕੁਝ ਵੀ ਪੁੱਠਾ ਸਿੱਧਾ ਬੋਲਣ ਲੱਗ ਪਿਆ। ਖੁੱਲ ਜਾ ਟਿਮ ਟਿਮ, ਖੁੱਲ ਜਾ ਕੁਮ ਕੁਮ, ਖੁੱਲ ਜਾ ਜਿਮ ਜਿਮ। ਉਹ ਬਹੁਤ ਕੁਝ ਬੋਲਿਆ, ਪਰ ਚਟਾਨ ਟਸ ਤੋਂ ਮਸ ਨਹੀਂ ਹੋਈ। ਉਹ ਘਬਰਾਇਆ ਹੋਇਆ ਸੀ। ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਐਨੀ ਦੇਰ ਵਿੱਚ ਚੋਰ ਗੁਫਾ ਕੋਲ ਪਹੁੰਚ ਗਏ। ਉਹਨਾਂ ਨੂੰ ਕਾਸਿਮ ਦਾ ਖੋਤਾ ਵੇਖ ਕੇ ਸ਼ੱਕ ਹੋਇਆ ਅਤੇ ਉਹਨਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ। ਖੁੱਲ ਜਾ ਸਿਮ ਸਿਮ। ਰਸਤਾ ਖੁੱਲਦੇ ਹੀ ਚੋਰਾਂ ਨੇ ਕਾਸਿਮ ਨੂੰ ਫੜ ਲਿਆ ਅਤੇ ਉਹਨੂੰ ਸਜ਼ਾ ਦਿੱਤੀ। ਤਾਂ ਇਹ ਚੋਰ ਸਾਡੀ ਚੋਰੀ ਕਰ ਰਿਹਾ ਸੀ। ਦੇਰ ਰਾਤ ਹੋਣ ਤੋਂ ਬਾਅਦ ਵੀ ਜਦੋਂ ਕਾਸਿਮ ਘਰ ਨਹੀਂ ਮੁੜਿਆ ਤਾਂ ਉਹਦੀ ਬੋਟੀ ਨੂੰ ਫਿਕਰ ਹੋਣ ਲੱਗੀ। ਉਹਨੇ ਅਲੀ ਬਾਬਾ ਕੋਲੋਂ ਮਦਦ ਮੰਗੀ। ਅਲੀ ਬਾਬਾ ਨੂੰ ਵੀ ਕਾਸਿਮ ਦੀ ਫਿਕਰ ਸੀ। ਉਹ ਗੁਫਾ ਕੋਲ ਪਹੁੰਚਿਆ ਤਾਂ ਉਹਨੂੰ ਕਾਸਿਮ ਦੇ ਖੋਤੇ ਦਿਸੇ ਤਾਂ ਉਹ ਸਮਝ ਗਿਆ ਕਿ ਕਾਸਿਮ ਨੂੰ ਚੋਰਾਂ ਨੇ ਮਾਰ ਦਿੱਤਾ ਹੋਵੇਗਾ। ਉਹਨੇ ਆਪਣੀ ਬੋਟੀ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ। ਕੁਝ ਦਿਨਾਂ ਬਾਅਦ ਅਲੀ ਬਾਬਾ ਅਤੇ ਉਹਦੀ ਬੋਟੀ ਕਾਸਿਮ ਦੇ ਘਰ ਵਿੱਚ ਰਹਿਣ ਲੱਗੇ। ਉਹਨਾਂ ਨੇ ਉਹਦਾ ਕੰਮਕਾਜ ਸੰਭ ਲਿਆ ਅਤੇ ਬੜੀ ਤਰੱਕੀ ਕੀਤੀ। ਉਹ ਬਹੁਤ ਅਮੀਰ ਹੋ ਗਏ। ਕੁਝ ਦਿਨਾਂ ਬਾਅਦ ਚੋਰਾਂ ਦੇ ਸਰਦਾਰ ਨੂੰ ਸਮਝ ਆਇਆ ਕਿ ਗੁਫਾ ਵਿੱਚੋਂ ਦਿਨ ਬ ਦਿਨ ਸੋਨਾ ਘੱਟ ਹੁੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਚੋਰ ਨੂੰ ਧਿਆਨ ਰੱਖਣ ਵਾਸਤੇ ਕਿਹਾ, ਸ਼ਹਿਰ 'ਚ ਜਾਓ ਤੇ ਵੇਖੋ ਕੀ ਕੋਈ ਏਦਾਂ ਦਾ ਹੈ ਜੋ ਨਵਾਂ ਅਮੀਰ ਬਣਿਆ ਹੋਵੇ ਤੇ ਬਹੁਤ ਜ਼ਿਆਦਾ ਖਰਚਾ ਕਰ ਰਿਹਾ ਹੋਵੇ। ਉਸ ਚੋਰ ਦੀ ਨਜ਼ਰ ਪਈ ਅਲੀ ਬਾਬਾ ਉੱਤੇ, ਜਿਹੜਾ ਸੋਨੇ ਦੇ ਸਿੱਕੇ ਲੈ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਹਨੇ ਅਲੀ ਬਾਬਾ ਦਾ ਪਿੱਛਾ ਕੀਤਾ। ਅਲੀ ਬਾਬਾ ਦੇ ਘਰ ਦੇ ਅੰਦਰ ਜਾਂਦੇ ਹੀ ਚੋਰ ਨੇ ਅਲੀ ਬਾਬਾ ਦੇ ਬੂਹੇ ਉੱਤੇ ਨਿਸ਼ਾਨ ਬਣਾ ਦਿੱਤਾ। ਸ਼ਾਮ ਵੇਲੇ ਜਦੋਂ ਕਾਸਿਮ ਦੀ ਬੋਟੀ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਗਈ ਤਾਂ ਉਹਨੇ ਉਹ ਨਿਸ਼ਾਨ ਵੇਖਿਆ। ਉਹਨੂੰ ਸਮਝ ਆ ਗਿਆ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਤੇ ਉਹਨੇ ਰੰਗ ਲੈ ਕੇ ਆਲੇ ਦੁਆਲੇ ਸਾਰੇ ਬੂਹਿਆਂ ਉੱਤੇ ਉਹਦੇ ਵਰਗੇ ਹੀ ਨਿਸ਼ਾਨ ਬਣਾ ਦਿੱਤੇ। ਸਵੇਰ ਹੁੰਦੇ ਹੀ 40 ਚੋਰਾਂ ਦੀ ਟੋਲੀ ਅਲੀ ਬਾਬਾ ਦਾ ਘਰ ਲੱਭਣ ਆਈ ਤੇ ਉਹਨਾਂ ਨੂੰ ਹਰ ਬੂਹੇ ਉੱਤੇ
ਉਹਦਾ ਦਾ ਹੀ ਨਿਸ਼ਾਨ ਦੱਸਿਆ ਅਤੇ ਉਹ ਹਾਰ ਕੇ ਵਾਪਸ ਮੁੜ ਗਏ। ਪਰ ਉਹਨਾਂ ਦਾ ਸਰਦਾਰ ਜਿੱਦੀ ਸੀ। ਉਹਨੇ ਭੇਸ ਬਦਲ ਕੇ ਉਹਨੂੰ ਲੱਭਣਾ ਸ਼ੁਰੂ ਕੀਤਾ ਅਤੇ ਚੁੱਪਚਾਪ ਉਹ ਪਹੁੰਚਿਆ ਅਲੀ ਬਾਬਾ ਦੇ ਘਰ। ਬੂਹਾ ਖੜਕਾਇਆ ਤਾਂ ਅਲੀ ਬਾਬਾ ਨੇ ਖੋਲਿਆ। ਮੈਂ ਬਹੁਤ ਦੂਰੋਂ ਆਇਆ ਹਾਂ। ਮੈਂ ਤੇਲ ਵੇਚਣ ਨਿਕਲਿਆ ਸੀ। ਸੁਣਿਆ ਤੁਸੀਂ ਇੱਥੋਂ ਦੇ ਸਭ ਤੋਂ ਅਮੀਰ ਇਨਸਾਨ ਹੋ। ਤੇਲ ਬਹੁਤ ਹੀ ਵਧੀਆ ਹੈ, ਖਰੀਦੋਗੇ? ਅਲੀ ਬਾਬਾ ਨੇ ਸਰਦਾਰ ਨੂੰ ਤੇਲ ਦਾ ਵਪਾਰੀ ਸਮਝ ਕੇ ਉਹਨੂੰ ਰਾਤ ਦੇ ਖਾਣ ਉੱਤੇ ਆਉਣ ਵਾਸਤੇ ਕਿਹਾ। ਤੇਲ ਦੀਆਂ 40 ਬਰਨੀਆਂ ਲੈ ਕੇ ਉਹ ਅਲੀ ਬਾਬਾ ਦੇ ਘਰ ਪਹੁੰਚਿਆ। ਅਲੀ ਬਾਬਾ ਨੇ ਉਹਦੀ ਬਹੁਤ ਖਾਤਰਦਾਰੀ ਕੀਤੀ। ਰਾਤ ਨੂੰ ਉੱਥੇ ਹੀ ਰੁਕਣ ਦੀ ਸਲਾਹ ਦੇਣ ਤੇ ਸਰਦਾਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਦੋਂ ਉਹ ਦੋਨੋਂ ਖਾਣਾ ਖਾ ਰਹੇ ਸੀ, ਕਾਸਿਮ ਦੀ ਬੋਟੀ ਤੇਲ ਦੀਆਂ ਬਰਨੀਆਂ ਵੇਖਣ ਗਈ। ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੀਏ? ਨਹੀਂ, ਥੋੜੀ ਦੇਰ ਹੋਰ। ਤਾਂ ਉਹਨੂੰ ਇਹ ਸਮਝ ਆ ਗਿਆ ਬਰਨੀਆਂ ਵਿੱਚ ਤੇਲ ਨਹੀਂ ਹੈ, ਬਲਕਿ ਚੋਰ ਲੁਕੇ ਨੇ ਅਤੇ ਉਹ ਇੱਥੇ ਕਿਉਂ ਆਏ ਨੇ। ਉਹ ਰਸੋਈ ਵਿੱਚ ਗਈ ਅਤੇ ਬਹੁਤ ਸਾਰਾ ਤੇਲ ਗਰਮ ਕੀਤਾ ਅਤੇ ਹਰ ਇੱਕ ਬਰਨੀ ਵਿੱਚ ਗਰਮ ਤੇਲ ਪਾ ਦਿੱਤਾ। ਅੰਦਰ ਬੈਠੇ ਚੋਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੁਝ ਕਰ ਵੀ ਨਹੀਂ ਸਕੇ। ਦੇਰ ਰਾਤ ਸਾਰਿਆਂ ਦੇ ਸੌਣ ਪਿੱਛੋਂ ਸਰਦਾਰ ਉਹਨਾਂ ਕੋਲ ਆਇਆ। ਹੁਣ ਬਾਹਰ ਆ ਜਾਓ। ਉਹਨੂੰ ਕੋਈ ਵੀ ਹਰਕਤ ਨਹੀਂ ਦਿਸੀ ਤਾਂ ਉਹ ਫੇਰ ਬੋਲਿਆ, ਸੌਂ ਗਏ ਕੀ? ਉਹਨੇ ਫੇਰ ਕਿਹਾ ਪਰ ਕੋਈ ਜਵਾਬ ਨਹੀਂ ਮਿਲਿਆ ਤੇ ਉਹਨੇ ਇੱਕ ਬਰਨੀ ਖੋਲ ਕੇ ਵੇਖੀ। ਉਹਨੇ ਜੋ ਵੇਖਿਆ ਉਹ ਵੇਖ ਕੇ ਉਹਦਾ ਦਿਲ ਬਹਿ ਗਿਆ। ਕਿਤੇ ਉਹ ਵੀ ਨਾ ਫੜਿਆ ਜਾਵੇ, ਇਹ ਸੋਚ ਕੇ ਉਹ ਡਰ ਗਿਆ ਅਤੇ ਉੱਥੋਂ ਭੱਜਿਆ ਤੇ ਫੇਰ ਕਦੇ ਮੁੜ ਕੇ ਵਾਪਸ ਨਹੀਂ ਆਇਆ। ਅਗਲੀ ਸਵੇਰ ਕਾਸਿਮ ਦੀ ਬੋਟੀ ਨੇ ਅਲੀ ਬਾਬਾ ਨੂੰ ਇਸ ਹਾਦਸੇ ਬਾਰੇ ਸਭ ਕੁਝ ਦੱਸਿਆ। ਹੁਣ ਉਹ ਬਿਨਾਂ ਚੋਰਾਂ ਦੀ ਫਿਕਰ ਕੀਤੇ ਪੂਰੇ ਪਰਿਵਾਰ ਨਾਲ ਹਸੀ ਖੁਸ਼ੀ ਜੀਵਨ ਬਿਤਾਉਣ ਲੱਗੇ। ਬਹੁਤ ਪਹਿਲਾਂ ਦੀ ਗੱਲ ਹੈ। ਇੱਕ ਗਰੀਬ ਪਰ ਦਿਲ ਦਾ ਅਮੀਰ ਮੁੰਡਾ ਸੀ, ਨਾਮ ਅਲਾਦੀਨ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਔਖੇ ਤੋਂ ਔਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ। ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ। ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿਹਦੀ ਦਾੜੀ ਸੰਘਣੀ ਅਤੇ ਕੱਦ ਲੰਮਾ ਸੀ। ਉਹ ਆਪਣੇ ਹੱਥ 'ਚ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ, ਮੇਰੇ ਪੁੱਤਰ, ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ। ਕੀ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ? ਸੋਨੇ ਦਾ? ਇੰਨਾ ਤਾਂ ਮੈਂ ਜ਼ਿੰਦਗੀ ਭਰ ਕੇਲੇ ਵੇਚ-ਵੇਚ ਕੇ ਵੀ ਨਹੀਂ ਕਮਾ ਪਾਵਾਂਗਾ। ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ। ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ। ਦੋਨਾਂ ਨੇ ਰਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ। ਆਪਣੀ ਨਿੱਕੀ ਜਿਹੀ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉੱਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ। ਜਦੋਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੋਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ ਚੋਂ ਆ ਰਹੀ ਸੀ। ਉਹ ਚੌਂਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ, ਹੀਰੇ, ਮੋਤੀ, ਸੋਨਾ ਕੀ ਨਹੀਂ ਸੀ। ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਪਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾ ਹੀ ਦਿੱਤਾ। ਕਾਕਾ, ਤੈਨੂੰ ਇੱਕ ਚਿਰਾਗ ਮਿਲਿਆ ਹੋਣਾ ਹੈ, ਉਹਨੂੰ ਬੁਝਾ ਕੇ ਮੇਰੇ ਕੋਲ ਲਿਆ, ਛੇਤੀ ਚੱਲ। ਅਲਾਦੀਨ ਨੂੰ ਅਜੀਬ ਲੱਗਿਆ ਕਿ ਇੰਨੀ ਸਾਰੀ ਧਨ ਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹਾ ਚਿਰਾਗ। ਕੋਈ ਐਦਾਂ ਕਿਉਂ ਕਰੇਗਾ? ਹੁਣ ਅਲਾਦੀਨ ਨੂੰ ਡਰ ਲੱਗਣ ਲੱਗਿਆ। ਅਲਾਦੀਨ
चिराग लेके पौड़ियां ते ऊपर जान लग गया, पर इन्ने च ਉਹ ਬੰਦਾ चिल्ला पिया, दे मैनू ये चिराग छेती नाल। अलादीन ਨੂੰ ਉਹਦਾ ਚੱਕਰ ਸਮਝ नहीं आ ਰਿਹਾ ਸੀ। ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। जे तू मैनू ये चिराग नहीं दिता तो मैं तेनू इसे गुफा विच बंद कर दियांगा। ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਇਰਾਦੇ ਨੇਕ नहीं। ਨਹੀਂ, ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। बेवकूफ, हुण तेरी खैर नहीं। ਓਏ ਬੰਦ ਨਾ ਕਰੋ ਮੈਨੂੰ। ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ, ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋਲ। ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ। ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਿਹੇ ਹੋ ਗਏ ਅਤੇ ਉਹਦੇ ਚੋਂ ਨਿਕਲਿਆ ਇੱਕ ਵੱਡਾ ਜਿਹਾ ਜੀਵ। ਡਰ ਦੇ ਮਾਰੇ ਅਲਾਦੀਨ ਫੁੱਸ ਹੋ ਗਿਆ। जो भी चाहिदा है मंग ले, पर ध्यान रखी सिर्फ 3 चीजा ही मंग सकदा है, सिर्फ 3। मैं घर जाना है। पलक झपकते ही अलादीन अपने घर पहुंच गया। अलादीन नू वेख के ओदी मां चीख पई। अलादीन ने मां नू सारी कहानी दसी, ਉਹ ਬੰਦਾ, ਉਹ ਗੁਫਾ, ਉਹ ਖਜ਼ਾਨਾ ਅਤੇ ਉਹ ਚਿਰਾਗ। ਅਲਾਦੀਨ ਉਸ ਚਿਰਾਗ ਤੋਂ ਤੁਲ ਚਾੜਨ ਹੀ ਲੱਗਾ ਸੀ ਕਿ ਉਹਦੇ ਚੋਂ ਧੂਆਂ ਨਿਕਲਿਆ ਅਤੇ ਪੂਰੇ ਕਮਰੇ 'ਚ ਭਰ ਗਿਆ ਅਤੇ ਉਹਦੇ ਚੋਂ ਨਿਕਲਿਆ ਜਿਨੀ। वाह जी वाह, हा कई वरियां तो मैं चिराग च बंद सी, तुसी मैनू कढ लिया। की मंग है थोड़ी हजूर, मंगो। ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ? ਇਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ। ਜਿਨੀ ਫੇਰ ਬੋਲਿਆ, बोलो हुजूर, की फरमाइश है? ठीक है, मेरे लिए जाके स्वादिष्ट खाना लियाओ। ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ, ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੂਲਦਾਨ ਵੀ। ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ। ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ। ਐਦਾਂ ਹੀ ਵਕਤ ਗੁਜ਼ਰਦਾ ਰਿਹਾ। ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ। ਪਤਾ ਲੱਗ ਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ। ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ। ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ। ਮਾਂ ਨੇ ਜਿੰਨੀ ਤੋਂ ਸੰਦੂਕ ਭਰ ਕੇ ਸੋਨਾ ਲਿੱਤਾ ਅਤੇ ਬਾਦਸ਼ਾਹ ਨੂੰ ਦੇਣ ਰਾਜ ਮਹਿਲ ਗਈ। ਉੱਥੇ ਦੇ ਸਿਪਾਹੀ ਉਹ ਸੰਦੂਕ ਬਾਦਸ਼ਾਹ ਕੋਲ ਲੈ ਗਏ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ। ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਿਤ ਕਰੇ। ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ कि 40 ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਹੀ ਹੋਣ ਉਹਨਾਂ ਦੀ ਸੁਰੱਖਿਆ ਲਈ। ਇਹ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਘਰ ਆ ਗਈ। ਉਹਨਾਂ ਨੂੰ ਯਕੀਨ ਸੀ ਕਿ ਜਿਨੀ ਇਹ ਸਭ ਤਾਂ ਨਹੀਂ ਦੇ ਪਾਵੇਗਾ। ਅਲਾਦੀਨ ਨੇ ਫੇਰ ਤੋਂ ਚਿਰਾਗ ਦੇ ਜਿਨੀ ਨੂੰ ਸੱਦਿਆ। बोलो हुजूर, की फरमाइश है? ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ। ਇਹ ਸੁਣ ਕੇ ਜਿਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉੱਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ। ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ।
मैं चाहना हाँ कि मेरी धी एक महल वर्गे घर च रहे। जे ओनू इदां दा घर दे सकदे हो तां ही ब्याह दी गल सोचो। अलादीन ने बादशाह दी इच्छा जिनी नू दसी। जिनी ने फेर तो ताड़ी मारी ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ। ਅਲਾਦੀਨ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ। ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ। ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ, ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿਨੀ ਦੇ ਬਾਰੇ ਨਹੀਂ ਦੱਸਿਆ। ਇੱਕ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ। ਪੁਰਾਣੇ ਚਿਰਾਗ ਦੇ ਦਿਓ, ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ। ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ। ਜੈਸਮੀਨ ਨੇ ਇਹ ਆਵਾਜ਼ ਸੁਣੀ। ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ। ਉਹਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਹਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ। ਉਹਨੇ ਚਿਰਾਗ ਮਿਲਦੇ ਹੀ ਜਿਨੀ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ। ਅਲਾਦੀਨ ਜਦੋਂ ਉਸ ਸ਼ਾਮ ਮੁੜਿਆ ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ। ਉਹ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ 2 ਚੀਜ਼ਾਂ। ਮੈਨੂੰ ਜੈਸਮੀਨ ਦੇ ਕੋਲ ਲੈ ਚਲੋ। ਹੱਥੋਂ ਹੱਥ ਉਹ ਮਹਿਲ ਵਿੱਚ ਪਹੁੰਚ ਗਏ। ਕੋਈ ਉਹਨੂੰ ਵੇਖ ਨਾ ਲਵੇ ਇਸ ਕਰਕੇ ਉਹ ਲੁਕ ਗਿਆ। ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ। ਲੁਕਦੇ ਲੁਕਦੇ ਅਲਾਦੀਨ ਨੇ ਉਹ ਮੁੰਦਰੀ ਫੇਰ ਤੋਂ ਪਾ ਲਈ। ਉਹ ਵੱਡਾ ਜਿਹਾ ਜੀ ਫੇਰ ਆ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ ਇੱਕ ਚੀਜ਼। ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੜਾ ਦਿਓ। ਛੇਤੀ ਛੇਤੀ ਉਹ ਭੱਜ ਕੇ ਜੈਸਮੀਨ ਦੇ ਕੋਲ ਆ ਗਿਆ, ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ ਅਤੇ ਜੈਸਮੀਨ ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹੀ ਜਿਨੀ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਸ ਬਦਮਾਸ਼ ਨੂੰ ਇੰਨੀ ਦੂਰ ਪਹੁੰਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ। ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ। ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪਹੁੰਚਾਉਣ ਲਈ ਕਿਹਾ। ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ ਇੱਕ ਵਾਰੀ ਫੇਰ। ਅਲਾਦੀਨ, ਉਹਦੀ ਮਾਂ ਅਤੇ ਜੈਸਮੀਨ ਨਾਲ ਰਹੇ ਹਮੇਸ਼ਾ ਖੁਸ਼ੀ-ਖੁਸ਼ੀ। ਇੱਕ ਸਮੇਂ ਦੀ ਗੱਲ ਹੈ। ਇੱਕ ਬਹੁਤ ਸੋਹਣੀ ਪ੍ਰਿੰਸੈਸ ਇੱਕ ਵੱਡੇ ਜਿਹੇ ਮਹਿਲ ਵਿੱਚ ਰਹਿੰਦੀ ਸੀ। ਇੱਕ ਦਿਨ ਉਹਦੇ ਪਾਪਾ ਮਹਾਰਾਜ ਜੀ ਨੇ ਉਹਨੂੰ ਬਰਥਡੇ ਗਿਫਟ ਵਿੱਚ ਇੱਕ 골ਡਨ ਬਾਲ ਦਿੱਤਾ। ਹੈਪੀ ਬਰਥਡੇ ਧੀਏ। ਥੈਂਕ ਯੂ ਪਾਪਾ। ਪ੍ਰਿੰਸੈਸ ਨੂੰ ਇਹ 골ਡਨ ਬਾਲ ਬਹੁਤ ਪਸੰਦ ਸੀ ਅਤੇ ਉਹ ਆਪਣਾ ਸਾਰਾ ਵਕਤ ਇਹਦੇ ਨਾਲ ਖੇਲਦੀ ਰਹਿੰਦੀ ਸੀ। ਇੱਕ ਦਿਨ ਉਹ ਖੇਲਦੇ ਬਾਹਰ ਚਲੀ ਗਈ।
ਪ੍ਰਿੰਸੈਸ ਬਾਲ ਨਾਲ ਖੇਲਦੇ ਖੇਲਦੇ ਇੱਕ ਪੌਂਡ ਦੇ ਨੇੜੇ ਪਹੁੰਚ ਗਈ। ਉਹਨੇ ਬਾਲ ਨੂੰ ਹਵਾ ਵਿੱਚ ਉਛਾਲਿਆ ਅਤੇ ਉਹ ਬਾਲ ਨੂੰ ਫੜ ਨਹੀਂ ਸਕੀ। ਮੇਰੀ ਬਾਲ! ਪ੍ਰਿੰਸੈਸ ਬਾਲ ਦੇ ਪਿੱਛੇ ਪਿੱਛੇ ਭੱਜਣ ਲੱਗੀ ਅਤੇ ਬਾਲ ਹੋਰ ਦੂਰ ਹੁੰਦੀ ਜਾ ਰਹੀ ਸੀ। ਅੱਗੇ ਜਾ ਕੇ ਉਹ ਬਾਲ ਪੌਂਡ ਵਿੱਚ ਡਿੱਗ ਪਈ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਈ। ਓਏ ਨਹੀਂ! ਪ੍ਰਿੰਸੈਸ ਪੌਂਡ ਦੇ ਕੰਢੇ ਬਹਿ ਕੇ ਰੋਣ ਲੱਗ ਪਈ। ਮੇਰਾ ਪਿਆਰਾ 골ਡਨ ਬਾਲ, ਹੁਣ ਮੈਂ ਕਿਵੇਂ ਉਹਨੂੰ ਵਾਪਸ ਲੈ ਕੇ ਆਵਾਂ? ਅਚਾਨਕ ਪ੍ਰਿੰਸੈਸ ਨੇ ਇੱਕ ਆਵਾਜ਼ ਸੁਣੀ। ਰਿਬਟ। ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਿੰਸੈਸ ਨੇ ਆਲੇ ਦੁਆਲੇ ਵੇਖਿਆ ਪਰ ਸਮਝ ਨਹੀਂ ਸਕੀ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਜਦੋਂ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਡੱਡੂ ਦੀ ਆਵਾਜ਼ ਹੈ, ਜਿਹੜਾ ਕੋਲ ਬੈਠਾ ਪ੍ਰਿੰਸੈਸ ਨੂੰ ਵੇਖ ਰਿਹਾ ਸੀ। ਡੱਡੂ ਨੇ ਪ੍ਰਿੰਸੈਸ ਵੱਲ ਛਾਲ ਮਾਰੀ ਅਤੇ ਫਿਰ ਪੁੱਛਿਆ, ਕੀ ਹੋਇਆ ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਿੰਸੈਸ ਹੈਰਾਨ ਹੋ ਗਈ ਜਦੋਂ ਉਹਨੇ ਡੱਡੂ ਨੂੰ ਬੋਲਦੇ ਹੋਏ ਵੇਖਿਆ। ਇੱਕ ਬੋਲਣ ਵਾਲਾ ਡੱਡੂ, ਇਹ ਕਿਵੇਂ ਹੋ ਸਕਦਾ ਹੈ? ਓਹੋ ਪ੍ਰਿੰਸੈਸ, ਸਾਹਮਣੇ ਬੈਠਾ ਹਾਂ ਮੈਂ ਤੁਹਾਡੇ, ਦੱਸੋ ਕਿਉਂ ਰੋ ਰਹੇ ਹੋ? ਆਪਣੇ ਆਪ ਨੂੰ ਸ਼ਾਂਤ ਕਰਕੇ ਪ੍ਰਿੰਸੈਸ ਆਪਣੀ ਕਹਾਣੀ ਡੱਡੂ ਨੂੰ ਦੱਸਣ ਲੱਗੀ। 골ਡਨ ਬਾਲ ਜਿਹੜਾ ਮੇਰੇ ਪਾਪਾ ਨੇ ਮੈਨੂੰ ਦਿੱਤਾ ਸੀ, ਉਹ ਪੌਂਡ ਦੇ ਵਿੱਚ ਡਿੱਗ ਗਿਆ ਹੈ। ਹੁਣ ਮੈਂ ਕੀ ਕਰਾਂ? ਡੱਡੂ ਪ੍ਰਿੰਸੈਸ ਦੇ ਪੈਰਾਂ ਦੇ ਨੇੜੇ ਆਇਆ ਅਤੇ ਉਹਨੇ ਪ੍ਰਿੰਸੈਸ ਨੂੰ ਇੱਕ ਤਰਕੀਬ ਦੱਸੀ। ਸੋਹਣੀ ਪ੍ਰਿੰਸੈਸ, ਮੈਂ ਤੁਹਾਡਾ ਬਾਲ ਲਿਆਵਾਂਗਾ, ਪਰ ਉਹਦੇ ਬਦਲੇ ਤੁਹਾਨੂੰ ਮੇਰੇ ਲਈ ਕੁਝ ਕਰਨਾ ਪਵੇਗਾ। ਪ੍ਰਿੰਸੈਸ ਸਮਝ ਨਹੀਂ ਸਕੀ। ਪਰ ਕਰਨਾ ਕੀ ਹੋਵੇਗਾ? ਜੇ ਤੁਸੀਂ ਮੇਰੀ ਮਿੱਤਰ ਬਣ ਜਾਵੋ ਤਾਂ ਮੈਂ ਤੁਹਾਡੇ ਨਾਲ ਮਹਿਲ ਵਿੱਚ ਰਹਿਣਾ ਚਾਹਾਂਗਾ। ਪ੍ਰਿੰਸੈਸ ਨੇ ਇਸ ਬਾਰੇ ਵਿੱਚ ਸੋਚਿਆ ਅਤੇ ਉਹਦੀ ਗੱਲ ਮੰਨ ਲਈ ਅਤੇ ਡੱਡੂ ਨੇ ਉਸੇ ਵੇਲੇ ਪਾਣੀ ਵਿੱਚ ਛਾਲ ਮਾਰੀ ਅਤੇ ਅੰਦਰ ਗਿਆ। ਥੋੜੀ ਦੇਰ ਬਾਅਦ ਡੱਡੂ ਬਾਲ ਦੇ ਨਾਲ ਬਾਹਰ ਆਇਆ ਅਤੇ ਉਹਨੇ ਬਾਲ ਨੂੰ ਪ੍ਰਿੰਸੈਸ ਵੱਲ ਸੁੱਟ ਦਿੱਤਾ। ਬਾਲ ਮਿਲਦੇ ਹੀ ਪ੍ਰਿੰਸੈਸ ਖੁਸ਼ੀ-ਖੁਸ਼ੀ ਵਾਪਸ ਮਹਿਲ ਵੱਲ ਜਾਣ ਲੱਗੀ। ਪ੍ਰਿੰਸੈਸ ਨੂੰ ਉਹਨੂੰ ਛੱਡ ਕੇ ਜਾਂਦਾ ਵੇਖ ਡੱਡੂ ਨੇ ਜ਼ੋਰ ਨਾਲ ਆਵਾਜ਼ ਮਾਰੀ, ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਮੈਨੂੰ ਭੁੱਲ ਗਏ। ਤੁਸੀਂ ਵਾਅਦਾ ਕੀਤਾ ਸੀ ਮੈਨੂੰ ਮਹਿਲ ਲੈ ਕੇ ਜਾਣ ਦਾ। ਪ੍ਰਿੰਸੈਸ ਦੂਰੋਂ ਚਿল্ਲਾਈ, ਹੱਸਦੇ ਹੋਏ, ਤੇਰੇ ਵਰਗਾ ਭੈੜਾ ਦਿਖਣ ਵਾਲਾ ਡੱਡੂ ਮੇਰੇ ਵਰਗੀ ਪ੍ਰਿੰਸੈਸ ਦੇ ਨਾਲ ਰਹਿਣ ਦੇ ਬਾਰੇ ਸੋਚ ਵੀ ਕਿਵੇਂ ਸਕਦਾ ਹੈ? ਪ੍ਰਿੰਸੈਸ ਡੱਡੂ ਨੂੰ ਉੱਥੇ ਹੀ ਛੱਡ ਕੇ ਮਹਿਲ ਵਿੱਚ ਚਲੀ ਗਈ। ਰਾਤ ਨੂੰ ਮਹਾਰਾਜਾ, ਰਾਣੀ ਅਤੇ ਪ੍ਰਿੰਸੈਸ ਡਿਨਰ ਟੇਬਲ ਤੇ ਬੈਠੇ। ਜਦੋਂ ਉਹ ਖਾਣਾ ਸ਼ੁਰੂ ਹੀ ਕਰਨ ਲੱਗੇ ਸੀ, ਉਸੇ ਵੇਲੇ ਉਹਨਾਂ ਨੂੰ ਬੂਹੇ ਉੱਤੇ ਦਸਤਕ ਸੁਣੀ। ਮੇਡ ਨੇ ਉਹਨਾਂ ਨੂੰ ਦੱਸਿਆ ਕਿ ਡੱਡੂ ਆਇਆ ਹੈ ਅਤੇ ਕਿਹਾ ਕਿ ਪ੍ਰਿੰਸੈਸ ਨੇ ਉਹਨੂੰ ਇਨਵਾਈਟ ਕੀਤਾ ਹੈ ਅਤੇ ਉਹ ਅੰਦਰ ਆਣਾ ਚਾਹੁੰਦਾ ਹੈ। ਮਹਾਰਾਜ ਜੀ ਹੈਰਾਨ ਹੋਏ ਅਤੇ ਉਹਨਾਂ ਨੇ ਆਪਣੀ ਧੀ ਨੂੰ ਪੁੱਛਿਆ, ਤੂੰ ਦੱਸੇਂਗੀ ਕੀ ਹੋ ਰਿਹਾ ਧੀਏ? ਓ ਪਾਪਾ। ਪ੍ਰਿੰਸੈਸ ਨੇ ਸਭ ਕੁਝ ਦੱਸਿਆ ਜਿਹੜਾ ਸਵੇਰੇ ਪੌਂਡ ਦੇ ਕੋਲ ਹੋਇਆ ਸੀ। ਜੇ ਤੂੰ ਡੱਡੂ ਨੂੰ ਵਾਅਦਾ ਕੀਤਾ ਹੈ ਬਾਲ ਬਚਾਉਣ ਦੇ ਲਈ, ਤਾਂ ਤੈਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ। ਮਹਾਰਾਜ ਨੇ ਮੇਡ ਨੂੰ ਕਿਹਾ ਕਿ ਡੱਡੂ ਨੂੰ ਅੰਦਰ ਲੈ ਕੇ ਆਓ। ਥੋੜੀ ਦੇਰ ਬਾਅਦ ਬੂਹਾ ਖੁੱਲਿਆ ਅਤੇ ਡੱਡੂ ਛਾਲਾਂ ਮਾਰਦਾ ਹੋਇਆ ਅੰਦਰ ਆਇਆ ਅਤੇ ਡਿਨਰ ਟੇਬਲ ਦੇ ਕੋਲ ਆ ਕੇ ਰੁਕ ਗਿਆ। ਗੁੱਡ ਈਵਨਿੰਗ ਸਾਰਿਆਂ ਨੂੰ ਤੇ ਮਹਾਰਾਜਾ ਜੀ, ਥੈਂਕ ਯੂ ਮੈਨੂੰ ਅੰਦਰ ਬੁਲਾਉਣ ਦੇ ਲਈ। ਇੱਕ ਲੰਬੀ ਜਿਹੀ ਛਾਲ ਮਾਰ ਕੇ ਡੱਡੂ ਪ੍ਰਿੰਸੈਸ ਦੀ ਪਲੇਟ ਦੇ ਕੋਲ ਪਹੁੰਚ ਗਿਆ। ਦੁਖੀ ਹੋ ਕੇ ਪ੍ਰਿੰਸੈਸ ਨੇ ਡੱਡੂ ਨੂੰ ਵੇਖਿਆ। ਮਹਾਰਾਜ ਜੀ ਡੱਡੂ ਵਾਸਤੇ ਇੱਕ ਪਲੇਟ ਮੰਗਾ ਰਹੇ ਸੀ, ਪਰ ਡੱਡੂ ਨੇ ਉਹਨਾਂ ਨੂੰ ਰੋਕ ਦਿੱਤਾ। ਪਲੇਟ ਦੀ ਲੋੜ ਨਹੀਂ, ਮੈਂ ਪ੍ਰਿੰਸੈਸ ਦੀ ਪਲੇਟ ਵਿੱਚੋਂ ਹੀ ਖਾ ਲਵਾਂਗਾ। ਡੱਡੂ ਨੇ ਪ੍ਰਿੰਸੈਸ ਦੀ ਪਲੇਟ ਵਿੱਚੋਂ ਖਾਣਾ ਸ਼ੁਰੂ ਕਰ ਦਿੱਤਾ। ਪ੍ਰਿੰਸੈਸ ਪਰੇਸ਼ਾਨ ਹੋਈ, ਪਰ ਸੋਚਿਆ ਕਿ ਡਿਨਰ ਤੋਂ ਬਾਅਦ ਤਾਂ ਉਹ ਵੈਸੇ ਵੀ ਚਲਾ ਹੀ ਜਾਵੇਗਾ ਅਤੇ
ਕੁਝ ਨਹੀਂ ਬੋਲੀ। ਪਰ ਡੱਡੂ ਦੇ ਕੋਈ ਇਰਾਦੇ ਨਹੀਂ ਸੀ ਡਿਨਰ ਤੋਂ ਬਾਅਦ ਵਾਪਸ ਜਾਣ ਦੇ। ਜਦੋਂ ਪ੍ਰਿੰਸੈਸ ਟੇਬਲ ਤੋਂ ਉੱਠੀ ਤਾਂ ਡੱਡੂ ਨੇ ਉਹਨਾਂ ਨੂੰ ਰੂਮ ਤੱਕ ਫੋਲੋ ਕੀਤਾ। ਸਮੇਂ ਗੁਜ਼ਰਿਆ ਅਤੇ ਡੱਡੂ ਨੂੰ ਨੀਂਦ ਆਣ ਲੱਗੀ। ਮੇਰੀ ਸੋਹਣੀ ਪ੍ਰਿੰਸੈਸ, ਮੈਨੂੰ ਨੀਂਦ ਆ ਰਹੀ ਹੈ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਬਿਸਤਰ ਤੇ ਸੌਣਾ ਚਾਹਾਂਗਾ। ਮਹਾਰਾਜ ਨੂੰ ਬੁਰਾ ਨਾ ਲੱਗੇ ਇਸ ਡਰ ਤੋਂ ਪ੍ਰਿੰਸੈਸ ਨੇ ਡੱਡੂ ਦੀ ਗੱਲ ਮੰਨ ਲਈ। ਡੱਡੂ ਨੇ ਬੈੱਡ ਉੱਤੇ ਛਾਲ ਮਾਰੀ ਅਤੇ ਆਪਣਾ ਸਿਰ ਪ੍ਰਿੰਸੈਸ ਦੇ ਨਰਮ ਸਰਾਣੇ ਉੱਤੇ ਰੱਖ ਦਿੱਤਾ। ਆਪਣਾ ਗੁੱਸਾ ਦਬਾਉਣ ਦੀ ਕੋਸ਼ਿਸ਼ ਕਰਦੇ ਹੋਏ ਪ੍ਰਿੰਸੈਸ ਡੱਡੂ ਦੇ ਨੇੜੇ ਹੀ ਸੋ ਗਈ। ਸਵੇਰ ਹੁੰਦੇ ਹੀ ਡੱਡੂ ਨੇ ਪ੍ਰਿੰਸੈਸ ਨੂੰ ਜਗਾਇਆ। ਗੁੱਡ ਮਾਰਨਿੰਗ ਮੇਰੀ ਸੋਹਣੀ ਪ੍ਰਿੰਸੈਸ। ਮੇਰੀ ਇੱਕ ਹੋਰ ਵਿਸ਼ ਹੈ, ਬਸ ਉਸ ਨੂੰ ਪੂਰਾ ਕਰ ਦੋ ਤਾਂ ਮੈਂ ਹੁਣੇ ਚਲਾ ਜਾਵਾਂਗਾ। ਡੱਡੂ ਚਲਾ ਜਾਵੇਗਾ। ਇਸ ਗੱਲ ਤੋਂ ਪ੍ਰਿੰਸੈਸ ਬੜੀ ਖੁਸ਼ ਹੋਈ, ਪਰ ਉਹਨੇ ਇਹ ਵਿਖਾਇਆ ਨਹੀਂ। ਚੰਗਾ, ਦੱਸੋ ਹੁਣ ਕੀ ਹੈ? ਡੱਡੂ ਨੇ ਪ੍ਰਿੰਸੈਸ ਦੀ ਅੱਖਾਂ ਵਿੱਚ ਵੇਖਿਆ ਅਤੇ ਕਿਹਾ, ਮੈਂ ਚਾਹਨਾ ਕਿ ਤੁਸੀਂ ਮੈਨੂੰ ਕਿਸ ਕਰੋ ਪ੍ਰਿੰਸੈਸ। ਪ੍ਰਿੰਸੈਸ ਗੁੱਸੇ ਵਿੱਚ ਡੱਡੂ ਤੋਂ ਦੂਰ ਖੜੀ ਹੋਈ। ਤੇਰੀ ਹਿੰਮਤ ਕਿਵੇਂ ਹੋਈ? ਇਹ ਕਦੇ ਨਹੀਂ ਹੋਵੇਗਾ। ਡੱਡੂ ਦੇ ਬੁੱਲਾਂ ਤੋਂ ਮੁਸਕਾਨ ਗਾਇਬ ਹੋ ਗਈ ਅਤੇ ਅੱਖਾਂ ਵਿੱਚ ਹੰਝੂ ਭਰ ਆਏ। ਪ੍ਰਿੰਸੈਸ ਨੇ ਥੋੜੀ ਦੇਰ ਸੋਚਿਆ, ਇਹਦੇ ਵਿੱਚ ਕੀ ਹੈ? ਇੱਕ ਨਿੱਕੀ ਜਿਹੀ ਕਿਸ ਹੀ ਤਾਂ ਹੈ ਅਤੇ ਉਸ ਤੋਂ ਬਾਅਦ ਇਹਦੇ ਤੋਂ ਛੁਟਕਾਰਾ। ਅਤੇ ਪ੍ਰਿੰਸੈਸ ਨੇ ਡੱਡੂ ਨੂੰ ਕਿਸ ਕੀਤਾ। ਜਿਵੇਂ ਹੀ ਪ੍ਰਿੰਸੈਸ ਨੇ ਡੱਡੂ ਨੂੰ ਕਿਸ ਕੀਤਾ, ਪੂਰਾ ਕਮਰਾ ਚਿੱਟੀ ਰੋਸ਼ਨੀ ਨਾਲ ਭਰ ਗਿਆ। ਰੋਸ਼ਨੀ ਵਿੱਚ ਪ੍ਰਿੰਸੈਸ ਨੂੰ ਕੁਝ ਨਹੀਂ ਦਿਖ ਰਿਹਾ ਸੀ। ਥੋੜੀ ਦੇਰ ਬਾਅਦ ਜਦੋਂ ਰੋਸ਼ਨੀ ਘੱਟ ਹੋਣ ਲੱਗੀ, ਪ੍ਰਿੰਸੈਸ ਨੂੰ ਫੇਰ ਤੋਂ ਦਿਖਣ ਲੱਗਿਆ, ਪਰ ਇਸ ਵਾਰੀ ਉਹਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਹੋਇਆ। ਉੱਥੇ ਜਿੱਥੇ ਡੱਡੂ ਖੜਾ ਸੀ, ਹੁਣ ਇੱਕ ਹੈਂਡਸਮ ਪ੍ਰਿੰਸ ਖੜਾ ਸੀ। ਪ੍ਰਿੰਸੈਸ ਨੂੰ ਸਮਝ ਨਹੀਂ ਆਇਆ ਕਿ ਇਹ ਸੱਚ ਹੈ ਜਾਂ ਨਹੀਂ, ਅਤੇ ਇਸ ਕਰਕੇ ਉਹਨੇ ਪੁੱਛਿਆ, ਤੁਸੀਂ ਕੌਣ ਹੋ? ਉਸ ਡੱਡੂ ਨੂੰ ਕੀ ਹੋਇਆ? ਮੇਰੀ ਸੋਹਣੀ ਪ੍ਰਿੰਸੈਸ, ਮੈਂ ਇੱਕ ਦੂਰ ਰਾਜ ਦਾ ਪ੍ਰਿੰਸ ਹਾਂ। ਇੱਕ ਚੁੜੇਲ ਨੇ ਜਾਦੂ ਕਰਕੇ ਮੈਨੂੰ ਡੱਡੂ ਬਣਾਤਾ ਸੀ। ਉਹ ਜਾਦੂ ਤੋੜਨ ਦੇ ਲਈ ਮੈਨੂੰ ਇੱਕ ਪ੍ਰਿੰਸੈਸ ਦੇ ਨਾਲ ਇੱਕ ਰਾਤ ਰਹਿਣਾ ਸੀ ਤੇ ਕਿਸ ਲੈਣੀ ਸੀ। ਤੁਸੀਂ ਮੈਨੂੰ ਹਮੇਸ਼ਾ ਹਮੇਸ਼ਾ ਲਈ ਡੱਡੂ ਰਹਿਣ ਤੋਂ ਬਚਾ ਲਿਆ। ਪ੍ਰਿੰਸੈਸ ਹੈਰਾਨ ਤਾਂ ਹੋਈ ਪਰ ਬੜੀ ਖੁਸ਼ ਵੀ ਹੋਈ। ਦੋਨੋਂ ਮਹਾਰਾਜਾ ਕੋਲ ਗਏ ਅਤੇ ਉਹਨਾਂ ਨੂੰ ਪੂਰੀ ਕਹਾਣੀ ਦੱਸੀ। ਧੀਏ, ਡੱਡੂ ਨੇ ਤੈਨੂੰ ਇਹ ਦੂਜੀ ਗੱਲ ਸਿਖਾਈ ਹੈ। ਸਾਨੂੰ ਕਿਸੇ ਦੀ ਸੱਚਾਈ ਜਾਣੇ ਬਿਨਾ ਉਹ ਕਿੱਦਾਂ ਦਾ ਦਿਖਦਾ ਹੈ, ਇਸ ਗੱਲ ਤੋਂ ਕਿਸੇ ਦੇ ਬਾਰੇ ਫੈਸਲਾ ਨਹੀਂ ਲੈਣਾ ਚਾਹੀਦਾ। ਮਹਾਰਾਜ ਨੇ ਕੁਝ ਹੋਰ ਦਿਨ ਪ੍ਰਿੰਸ ਦੀ ਮਹਿਮਾਨ ਨਵਾਜੀ ਕੀਤੀ ਆਪਣੇ ਮਹਿਲ ਵਿੱਚ। ਪ੍ਰਿੰਸ ਅਤੇ ਪ੍ਰਿੰਸੈਸ ਪੌਂਡ ਦੇ ਕੋਲ ਆਏ, ਜਿੱਥੇ ਉਹ ਪਹਿਲੀ ਵਾਰੀ ਮਿਲੇ ਸੀ। ਮੇਰੀ ਪ੍ਰਿੰਸੈਸ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਤੇ ਮੇਰੇ ਘਰ ਚੱਲੋਗੇ? ਪ੍ਰਿੰਸੈਸ ਮੁਸਕਰਾਈ ਅਤੇ ਸਿਰ ਹਿਲਾ ਕੇ ਹਾਂ ਕਿਹਾ, ਅਤੇ ਠੀਕ ਉਸੇ ਵੇਲੇ ਇੱਕ ਆਵਾਜ਼ ਆਈ, ਰਿਬਟ ਰਿਬਟ। ਦੋਨੋਂ ਜਿੱਥੋਂ ਆਵਾਜ਼ ਆਈ ਸੀ ਉਹਦੇ ਵੱਲ ਮੁੜੇ ਅਤੇ ਵੇਖਿਆ ਉੱਥੇ ਪੌਂਡ ਦੇ ਕੋਲ ਇੱਕ ਡੱਡੂ ਸੀ। ਦੋਨਾਂ ਨੇ ਆਪਣੇ ਸਾਹ ਰੋਕ ਲਏ ਅਤੇ ਉਹਦੇ ਬੋਲਣ ਦੀ ਉਡੀਕ ਕਰਨ ਲੱਗੇ। ਚਿੰਤਾ ਨਾ ਕਰ ਛੋਟੇ ਮੇਂਢਕ, ਇੱਕ ਦਿਨ ਤੈਨੂੰ ਵੀ ਤੇਰੀ ਪ੍ਰਿੰਸੈਸ ਮਿਲੂਗੀ। ਪ੍ਰਿੰਸ ਤੇ ਪ੍ਰਿੰਸੈਸ ਹੱਸਣ ਲੱਗੇ। ਥੋੜੇ ਦਿਨਾਂ ਬਾਅਦ ਦੋਨਾਂ ਨੇ ਵਿਆਹ ਕਰ ਲਿਆ ਅਤੇ ਖੁਸ਼ੀ-ਖੁਸ਼ੀ ਰਹੇ ਹਮੇਸ਼ਾ। ਉਹ ਨਵੇਂ ਸਾਲ ਦੀ ਸ਼ਾਮ ਸੀ ਅਤੇ ਚਾਰੋਂ ਪਾਸੇ ਬਰਫ਼ ਪੈ ਰਹੀ ਸੀ। ਸਟਾਲਬਾਮ ਫੈਮਿਲੀ ਦਾ ਘਰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਿਆ ਹੋਇਆ ਸੀ। ਰੰਗ ਬਿਰੰਗੀ ਚਮਕਦੀ ਹੋਈ ਸਜਾਵਟ ਅਤੇ ਜਗਮਗਾਉਂਦੀ ਰੋਸ਼ਨੀ ਨਾਲ ਭਰਿਆ ਇੱਕ ਵੱਡਾ ਜਿਹਾ ਕ੍ਰਿਸਮਸ ਟਰੀ। ਅਚਾਨਕ ਦਰਵਾਜ਼ੇ ਤੇ ਕਿਸੇ ਦੇ ਖੜਕਾਉਣ ਦੀ ਆਵਾਜ਼ ਆਈ। ਕਲਾਰਾ, ਜੋ ਘਰ ਵਿੱਚ ਸਭ ਤੋਂ ਛੋਟੀ ਸੀ,
ਦਰਵਾਜ਼ੇ ਵੱਲ ਬੜੀ ਖੁਸ਼ੀ ਨਾਲ ਦੌੜ ਪਈ ਅਤੇ ਉਹਨੇ ਦਰਵਾਜ਼ਾ ਖੋਲ੍ਹਿਆ। ਅੰਕਲ ਡਰੋਸਲਮੇਅਰ ਆਪਣੇ ਨਾਲ ਬਹੁਤ ਸਾਰੇ ਤੋਹਫੇ ਲੈ ਕੇ ਆਏ ਹੋਏ ਸੀ। ਜਦੋਂ ਕਲਾਰਾ ਨੇ ਆਪਣੇ ਚਹੇਤੇ ਅੰਕਲ ਨੂੰ ਇੰਨੇ ਸਾਰੇ ਤੋਹਫਿਆਂ ਦੇ ਨਾਲ ਵੇਖਿਆ ਤਾਂ ਬਹੁਤ ਹੀ ਖੁਸ਼ ਹੋਈ। ਕਲਾਰਾ ਆਪਣਾ ਤੋਹਫਾ ਲੈਣ ਦੇ ਲਈ ਅੱਧੀ ਰਾਤ ਤੱਕ ਇੰਤਜ਼ਾਰ ਨਹੀਂ ਕਰ ਸਕਦੀ ਸੀ। ਉਹਨੂੰ ਉਹ ਤੋਹਫਾ ਉਸੇ ਵੇਲੇ ਹੀ ਚਾਹੀਦਾ ਸੀ। ਅੰਕਲ ਡਰੋਸਲਮੇਅਰ ਕਲਾਰਾ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ ਤਾਂ ਇਸੇ ਲਈ ਉਹਨਾਂ ਨੇ ਉਸ ਨੂੰ ਤੋਹਫਾ ਦੇ ਦਿੱਤਾ। ਬਹੁਤ ਹੀ ਉਤਸੁਕਤਾ ਨਾਲ ਕਲਾਰਾ ਨੇ ਆਪਣਾ ਤੋਹਫਾ ਖੋਲ੍ਹਿਆ। ਇਹ ਬਾਕੀ ਤੋਹਫਿਆਂ ਦੇ ਮੁਕਾਬਲੇ ਸਭ ਤੋਂ ਦਿਲਚਸਪ ਤੋਹਫਾ ਸੀ। ਉਸ ਦੇ ਅੰਕਲ ਦਾ ਤੋਹਫਾ ਇੱਕ ਮਜ਼ੇਦਾਰ ਮੂੰਹ ਵਾਲਾ ਨਟ ਕ੍ਰੈਕਰ ਸੀ ਜਿਸ ਦੀ ਲਾਲ ਨੱਕ ਅਤੇ ਪਤਲੀਆਂ ਮੁੱਛਾਂ ਸੀ। ਕਲਾਰਾ ਨੂੰ ਅਜਿਹਾ ਖਿਡੌਣਾ ਪਹਿਲਾਂ ਕਦੇ ਨਹੀਂ ਸੀ ਮਿਲਿਆ। ਇਹ ਨਟ ਕ੍ਰੈਕਰ ਖਿਡੌਣਾ ਉਹਨੂੰ ਬਹੁਤ ਪਸੰਦ ਆਇਆ। ਉਹ ਉਸ ਖਿਡੌਣੇ ਦੇ ਨਾਲ ਖੇਡਣ ਲੱਗੀ ਅਤੇ ਨੱਚਣ ਵੀ। ਕਲਾਰਾ ਦੀ ਸ਼ਰਾਰਤੀ ਭਰਾ ਫ੍ਰਿਟਜ਼ ਨੂੰ ਆਪਣਾ ਤੋਹਫਾ ਪਸੰਦ ਨਹੀਂ ਆਇਆ ਅਤੇ ਉਹਨੇ ਉਹਨੂੰ ਸੁੱਟ ਦਿੱਤਾ। ਉਹਨੂੰ ਕਲਾਰਾ ਦਾ ਨਟ ਕ੍ਰੈਕਰ ਜ਼ਿਆਦਾ ਪਸੰਦ ਆਇਆ, ਇਸੇ ਲਈ ਉਹ ਉਹਨੂੰ ਕਲਾਰਾ ਤੋਂ ਲੈਣ ਦੀ ਕੋਸ਼ਿਸ਼ ਕਰਨ ਲੱਗਾ। ਇਹ ਮੈਨੂੰ ਚਾਹੀਦਾ ਹੈ। ਨਹੀਂ ਫ੍ਰਿਟਜ਼, ਇਹ ਮੇਰਾ ਹੈ। ਆਖਰਕਾਰ ਫ੍ਰਿਟਜ਼ ਕਲਾਰਾ ਦੇ ਹੱਥ ਤੋਂ ਨਟ ਕ੍ਰੈਕਰ ਖੋਣ ਵਿੱਚ ਸਫਲ ਹੋ ਗਿਆ। ਓਏ ਫ੍ਰਿਟਜ਼, ਤੂੰ ਛੇਤੀ ਮੈਨੂੰ ਮੇਰਾ ਖਿਡੌਣਾ ਵਾਪਸ ਕਰ ਦੇ। ਤੂੰ ਜਾ ਕੇ ਆਪਣੇ ਖਿਡੌਣੇ ਨਾਲ ਖੇਡ। ਮੈਨੂੰ ਉਹ ਚੂਹਾ ਬਿਲਕੁਲ ਪਸੰਦ ਨਹੀਂ। ਇਹ ਨਟ ਕ੍ਰੈਕਰ ਮੇਰਾ ਹੈ। ਪਲੀਜ਼ ਫ੍ਰਿਟਜ਼, ਮੈਨੂੰ ਮੇਰਾ ਨਟ ਕ੍ਰੈਕਰ ਵਾਪਸ ਦੇ ਦੇ। ਆ ਜਾ ਲੈ ਲੈ। ਤੇ ਜਦੋਂ ਕਲਾਰਾ ਨਟ ਕ੍ਰੈਕਰ ਨੂੰ ਲੈਣ ਫ੍ਰਿਟਜ਼ ਦੇ ਕੋਲ ਗਈ, ਉਹਨੇ ਵੇਖਿਆ ਉਸ ਨਟ ਕ੍ਰੈਕਰ ਦਾ ਇੱਕ ਹੱਥ ਟੁੱਟ ਕੇ ਜ਼ਮੀਨ ਤੇ ਪਿਆ ਹੋਇਆ ਸੀ। ਕਲਾਰਾ ਬਹੁਤ ਹੀ ਉਦਾਸ ਹੋ ਗਈ ਅਤੇ ਰੋਣ ਲੱਗੀ। ਫਿਕਰ ਨਾ ਕਰ ਕਲਾਰਾ, ਮੈਂ ਉਹਨੂੰ ਠੀਕ ਕਰ ਦਿਆਂਗਾ। ਅੱਧੀ ਰਾਤ ਗੁਜ਼ਰ ਚੁੱਕੀ ਸੀ। ਨਵੇਂ ਸਾਲ ਦਾ ਜਸ਼ਨ ਖਤਮ ਹੋ ਗਿਆ ਸੀ ਅਤੇ ਸਾਰੇ ਬੱਚਿਆਂ ਦੀ ਤਰ੍ਹਾਂ ਕਲਾਰਾ ਵੀ ਬਹੁਤ ਥੱਕ ਗਈ ਸੀ ਅਤੇ ਉਹ ਸੌਂ ਗਈ। ਪਰ ਉਹ ਆਪਣੇ ਆਪ ਨੂੰ ਨਟ ਕ੍ਰੈਕਰ ਦੇ ਬਾਰੇ ਵਿੱਚ ਸੋਚਣ ਤੋਂ ਨਹੀਂ ਰੋਕ ਸਕੀ। ਮੈਨੂੰ ਉਮੀਦ ਹੈ ਕਿ ਅੰਕਲ ਨਟ ਕ੍ਰੈਕਰ ਨੂੰ ਠੀਕ ਕਰ ਦੇਣਗੇ। ਇੱਕ ਉਤਸ਼ਾਹ ਭਰੀ ਜਿਗਿਆਸਾ ਦੇ ਨਾਲ ਕਲਾਰਾ ਬੈੱਡ ਤੋਂ ਕੁੱਦ ਕੇ ਉਤਰੀ ਅਤੇ ਇੱਕ ਉਮੀਦ ਦੇ ਨਾਲ ਉਹ ਲਿਵਿੰਗ ਰੂਮ ਵਿੱਚ ਪਹੁੰਚੀ ਅਤੇ ਉਹਨੇ ਵੇਖਿਆ ਨਟ ਕ੍ਰੈਕਰ ਠੀਕ ਹੋ ਕੇ ਕ੍ਰਿਸਮਸ ਟ੍ਰੀ ਦੇ ਕੋਲ ਪਿਆ ਸੀ। ਕਲਾਰਾ ਬਹੁਤ ਖੁਸ਼ ਹੋਈ ਅਤੇ ਉਹਨੇ ਨਟ ਕ੍ਰੈਕਰ ਨੂੰ ਗਲੇ ਨਾਲ ਲਾ ਲਿਆ ਅਤੇ ਸਕੂਨ ਨਾਲ ਸੌਂ ਗਈ। ਕੁਝ ਦੇਰ ਬਾਅਦ ਕਲਾਰਾ ਨੂੰ ਕੁਝ ਮਜ਼ੇਦਾਰ ਆਵਾਜ਼ ਸੁਣਾਈ ਦਿੱਤੀ ਅਤੇ ਹੌਲੀ ਜਿਹੇ ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਹਨੂੰ ਲੱਗਿਆ ਕਿ ਉਹ ਸੁਪਨਾ ਵੇਖ ਰਹੀ ਹੈ ਅਤੇ ਇਸੇ ਲਈ ਫਿਰ ਤੋਂ ਸੌਂ ਗਈ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸੇ ਵੇਲੇ ਉਹਨੇ ਨੈਵਰਲੈਂਡ ਜਾਣ ਦੇ ਲਈ ਆਪਣੀ ਯਾਤਰਾ ਸ਼ੁਰੂ ਕਰ ਲਈ ਸੀ। ਉਹ ਆਵਾਜ਼ਾਂ ਫਿਰ ਤੋਂ ਆਉਣ ਲੱਗੀਆਂ, ਜਿਵੇਂ ਕਿ ਹਰ ਪਾਸੇ ਚੂਹੇ ਆਵਾਜ਼ਾਂ ਕਰ ਰਹੇ ਹੋਣ। ਕਲਾਰਾ ਨੇ ਇੱਕ ਵਾਰ ਫਿਰ ਆਪਣੀਆਂ ਅੱਖਾਂ ਖੋਲ੍ਹੀਆਂ। ਘਰ ਦਾ ਸਾਰਾ ਫਰਨੀਚਰ ਹੁਣ ਕਾਫੀ ਵੱਡਾ ਲੱਗਣ ਲੱਗਾ। ਕ੍ਰਿਸਮਸ ਟ੍ਰੀ ਜਿੱਥੇ ਉਹ ਸੌਂ ਰਹੀ ਸੀ, ਹੁਣ ਇੱਕ ਵਿਸ਼ਾਲ ਦਰਖਤ ਨਜ਼ਰ ਆ ਰਿਹਾ ਸੀ। ਕਲਾਰਾ ਹੁਣ ਪੂਰੀ ਤਰ੍ਹਾਂ ਨਾਲ ਜਾਗ ਗਈ ਅਤੇ ਉਸੇ ਵੇਲੇ ਉਹਨੂੰ ਇਹ ਅਹਿਸਾਸ ਹੋਇਆ ਕਿ ਸਾਰੀਆਂ ਚੀਜ਼ਾਂ ਵੱਡੀਆਂ ਨਹੀਂ ਹੋ ਰਹੀਆਂ ਸੀ, ਬਲਕਿ ਉਹ ਖੁਦ ਸਿੰਗੁੜ ਗਈ ਸੀ ਅਤੇ ਉਹਨੇ ਵੇਖਿਆ ਕਿ ਚੂਹਿਆਂ ਦਾ ਰਾਜਾ ਆਪਣੀ ਸੈਨਾ ਦੇ ਨਾਲ ਉਹਦੇ ਵੱਲ ਵੱਧ ਰਿਹਾ ਸੀ। ਕਲਾਰਾ ਬਹੁਤ ਡਰ ਗਈ ਅਤੇ ਉਹ ਭੱਜਣਾ ਚਾਹੁੰਦੀ ਸੀ, ਪਰ ਉਹਨਾਂ ਵਿਸ਼ਾਲ ਚੂਹਿਆਂ ਨੇ ਉਹਨੂੰ ਰੋਕ ਲਿੱਤਾ। ਉਹਨਾਂ ਨੇ ਕਲਾਰਾ ਨੂੰ ਘੇਰ ਲਿਆ ਅਤੇ ਹੌਲੀ-ਹੌਲੀ ਉਹਦੇ ਵੱਲ ਵਧਣ ਲੱਗੇ। ਉਸੇ ਵੇਲੇ ਨਟ ਕ੍ਰੈਕਰ ਵੀ ਜ਼ਿੰਦਾ ਹੋ ਗਿਆ। ਤੂੰ ਇੱਥੇ ਕਿਉਂ ਖੜੀ ਹੈ ਕਲਾਰਾ? ਅਸੀਂ ਉਸ ਪੇੜ ਤੇ ਚੜ ਕੇ ਇੱਥੋਂ ਭੱਜ ਸਕਦੇ ਹਾਂ। ਕਲਾਰਾ ਅਤੇ ਨਟ ਕ੍ਰੈਕਰ ਪੇੜ ਤੇ ਚੜ ਗਏ ਅਤੇ ਉੱਪਰੀ ਮੰਜ਼ਲ ਤੇ ਕੁੱਦ ਕੇ ਪਹੁੰਚ ਗਏ। ਅਸੀਂ ਭੱਜ ਕੇ ਕਿੱਥੇ ਜਾਵਾਂਗੇ? ਇਹ ਤੇਰਾ ਘਰ ਹੈ ਤੇ ਤੈਨੂੰ ਐਸੀ ਕੋਈ ਥਾਂ ਪਤਾ ਹੋਣੀ ਜਿੱਥੇ ਤੈਨੂੰ ਚੂਹੇ ਨਾ ਲੱਭ ਸਕਣ। ਕਲਾਰਾ ਭੱਜ ਰਹੀ ਸੀ ਅਤੇ ਨਟ ਕ੍ਰੈਕਰ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਚੂਹੇ ਘਰ ਦੇ ਚਾਰੋਂ ਪਾਸੇ ਫੈਲ ਗਏ ਸੀ ਅਤੇ ਉਹ ਕਲਾਰਾ ਨੂੰ ਲੱਭ ਰਹੀ ਸੀ। ਉਸੇ ਵੇਲੇ ਨਟ ਕ੍ਰੈਕਰ ਇੱਕ ਖਿਡੌਣਿਆਂ ਦੀ ਦੁਕਾਨ ਤੇ ਪਹੁੰਚਿਆ। ਉਹਨੇ ਵੇਖਿਆ ਕਿ ਕਾਫੀ ਸਾਰੇ ਨਿੱਕੇ ਫੌਜੀ ਬਾਰੀ ਦੇ ਵੱਲ ਬੈਠੇ ਹੋਏ ਸੀ। ਉਹਨੇ ਇੱਕ ਪੱਥਰ ਚੱਕਿਆ ਅਤੇ ਪੱਥਰ ਨਾਲ ਬਾਰੀ ਦੇ ਸ਼ੀਸ਼ੇ ਨੂੰ ਤੋੜਿਆ। ਉਹ ਸਾਥੀਓ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੇਰੀ ਦੋਸਤ ਕਲਾਰਾ ਮੁਸੀਬਤ 'ਚ ਹੈ। ਚੂਹਿਆਂ ਦਾ ਰਾਜਾ ਆਪਣੀ ਸੈਨਾ ਦੇ ਨਾਲ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਚਾਨਕ ਉਹ ਸਾਰੇ ਫੌਜੀ ਜ਼ਿੰਦਾ ਹੋ ਗਏ ਅਤੇ ਉਸ ਬਾਰੀ ਤੋਂ ਬਾਹਰ ਕੁੱਦ ਕੇ ਨਟਕ੍ਰੈਕਰ ਦੇ ਪਿੱਛੇ ਦੌੜਨ ਲੱਗੇ। ਜਦ ਨਟਕ੍ਰੈਕਰ ਘਰ ਵਿੱਚ ਵਾਪਸ ਆਇਆ ਤਾਂ ਜਿਵੇਂ ਉੱਥੇ ਜੰਗ ਛਿੜ ਗਈ ਸੀ। ਚੂਹਿਆਂ ਨੇ ਸਾਰਾ ਘਰ ਉਥਲ-ਪੁਥਲ ਕਰ ਦਿੱਤਾ ਸੀ। ਨਟਕ੍ਰੈਕਰ ਅਤੇ ਉਸ ਦੇ ਸਾਥੀਆਂ ਨੇ ਆਪਣੀਆਂ ਤਲਵਾਰਾਂ ਕੱਢੀਆਂ ਅਤੇ ਚੂਹਿਆਂ ਦੇ ਰਾਜਾ ਅਤੇ ਉਹਨਾਂ ਦੀ ਸੈਨਾ ਦੇ ਨਾਲ ਲੜਨ ਲੱਗੇ। ਬਦਕਿਸਮਤੀ ਨਾਲ ਉੱਥੇ ਫੌਜੀਆਂ ਤੋਂ ਜ਼ਿਆਦਾ ਚੂਹੇ ਮੌਜੂਦ ਸੀ। ਕਾਫੀ ਫੌਜੀ ਘਾਇਲ ਹੋ ਗਏ। ਨਟਕ੍ਰੈਕਰ ਦੀ ਹਾਲਤ ਖਰਾਬ ਸੀ। ਉਹਨੂੰ ਵੀ ਕਾਫੀ ਚੋਟਾਂ ਆਈਆਂ ਸੀ। ਕਲਾਰਾ ਜਿੱਥੇ ਲੁਕੀ ਹੋਈ ਸੀ ਉੱਥੋਂ ਬਾਹਰ ਆ ਗਈ। ਉਹਨੂੰ ਲੱਗਿਆ ਉਹਨੂੰ ਕੁਝ ਕਰਨਾ ਚਾਹੀਦਾ, ਪਰ ਉਹ ਇੰਨੀ ਛੋਟੀ ਸੀ ਕਿ ਉਹਨੂੰ ਲੱਗਿਆ ਕੁਝ ਵੀ ਕਰਨਾ ਮੁਮਕਿਨ ਨਹੀਂ ਹੋਵੇਗਾ। ਚੂਹਿਆਂ ਦਾ ਰਾਜਾ ਨਟਕ੍ਰੈਕਰ ਦੇ ਕੋਲ ਗਿਆ ਅਤੇ ਉਹਨੇ ਆਪਣੀ ਤਲਵਾਰ ਨਟਕ੍ਰੈਕਰ ਦੇ ਮੂੰਹ ਵੱਲ ਰੱਖੀ। ਡਰ ਦੇ ਮਾਰੇ ਕਲਾਰਾ ਚੀਖੀ ਅਤੇ ਉਹਨੇ ਆਪਣੀ ਜੁੱਤੀ ਚੂਹਿਆਂ ਦੇ ਰਾਜਾ ਵੱਲ ਸੁੱਟੀ। ਤੂੰ ਗੰਦਾ ਚੂਹਾ! ਜੁੱਤੀ ਉੱਡ ਕੇ ਚੂਹਿਆਂ ਦੇ ਰਾਜਾ ਦੇ ਸਿਰ ਦੇ ਉੱਤੇ ਜਾ ਵੱਜੀ। ਚੂਹਿਆਂ ਦਾ ਰਾਜਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਆਪਣੇ ਰਾਜਾ ਨੂੰ ਜ਼ਮੀਨ ਤੇ ਪਿਆ ਵੇਖ ਬਾਕੀ ਚੂਹੇ ਸਮਝ ਗਏ ਕਿ ਉਹ ਇਹ ਜੰਗ ਹਾਰ ਚੁੱਕੇ ਹਨ ਅਤੇ ਇਸ ਲਈ ਉਹ ਸਾਰੇ ਚੂਹੇ ਆਪਣੇ ਰਾਜਾ ਨੂੰ ਨਾਲ ਲੈ ਕੇ ਘਰ ਤੋਂ ਬਾਹਰ ਚਲੇ ਗਏ। ਕਲਾਰਾ ਨਟਕ੍ਰੈਕਰ ਦੇ ਕੋਲ ਦੌੜ ਕੇ ਪਹੁੰਚੀ। ਉਹ ਬੇਹੋਸ਼ ਜ਼ਮੀਨ ਤੇ ਪਿਆ ਹੋਇਆ ਸੀ। ਕਲਾਰਾ ਆਪਣੇ ਗੋਡਿਆਂ ਤੇ ਬਹਿ ਕੇ ਰੋਣ ਲੱਗੀ। ਨਟਕ੍ਰੈਕਰ ਉੱਠ ਜਾ। ਅਚਾਨਕ ਇੱਕ ਪਰੀ ਉੱਥੇ ਪ੍ਰਗਟ ਹੋਈ ਕਲਾਰਾ ਦੇ ਪਿੱਛੇ। ਆਪਣੇ ਨੀਲੇ ਕੱਪੜੇ, ਪੰਖ ਅਤੇ ਲਾਲੀਪੌਪ ਵਰਗੀ ਜਾਦੂਈ ਛੜੀ ਦੇ ਨਾਲ ਉਹ ਪਰੀ ਬਹੁਤ ਹੀ ਸੋਹਣੀ ਲੱਗ ਰਹੀ ਸੀ। ਪਰੀ ਕਲਾਰਾ ਨੂੰ ਰੋਂਦੇ ਹੋਏ ਨਹੀਂ ਵੇਖ ਪਾ ਰਹੀ ਸੀ ਅਤੇ ਇਸੇ ਲਈ ਉਹਨੇ ਆਪਣੇ ਜਾਦੂ ਦਾ ਇਸਤੇਮਾਲ ਕੀਤਾ ਅਤੇ ਠੀਕ ਉਸੇ ਵੇਲੇ ਨਟਕ੍ਰੈਕਰ ਇੱਕ ਸੋਹਣੇ ਜਿਹੇ ਰਾਜਕੁਮਾਰ ਵਿੱਚ ਤਬਦੀਲ ਹੋ ਗਿਆ। ਕਲਾਰਾ ਖੁਸ਼ੀ ਤੇ ਹੈਰਾਨੀ ਦੇ ਨਾਲ ਬਦੋ-ਬਦੀ ਰਾਜਕੁਮਾਰ ਨੂੰ ਤੱਕਣ ਲੱਗੀ। ਰਾਜਕੁਮਾਰ ਨੇ ਆਪਣਾ ਹੱਥ ਵਧਾਇਆ ਅਤੇ ਫਿਰ ਉਹ ਦੋਨੋਂ ਨੱਚਣ ਲੱਗੇ। ਇਹ ਇੱਕ ਜਾਦੂਈ ਨ੍ਰਿਤ ਸੀ। ਕਲਾਰਾ ਨੂੰ ਇਹ ਅਹਿਸਾਸ ਹੋਇਆ ਕਿ ਉਹ ਹਵਾ ਵਿੱਚ ਉੱਡ ਰਹੀ ਸੀ। ਤੇ ਉੱਥੇ ਪ੍ਰਗਟ ਹੋਈ ਕੈਂਡੀ ਪਰੀ। ਕਾਫੀ ਸਾਰੀਆਂ ਬਾਕੀ ਪਰੀਆਂ ਵੀ ਉੱਥੇ ਮੌਜੂਦ ਸਨ। ਉਹ ਪਰੀਆਂ ਕਲਾਰਾ ਅਤੇ ਰਾਜਕੁਮਾਰ ਨੂੰ ਕੈਂਡੀ ਲੈਂਡ ਲੈ ਗਈਆਂ। ਕੈਂਡੀ ਦੇ ਬਣੇ ਪੇੜ, ਜੈਲੀ ਬਿਨ ਦੇ ਫੁੱਲ, ਗੁਲਾਬੀ ਤਿਤਲੀਆਂ, ਸੁਨਹਿਰੀ ਟੌਫੀਆਂ ਦੇ ਸੇਬ। ਉਹ ਇੱਕ ਕਰਾਮਾਤੀ ਜਗ੍ਹਾ ਸੀ। ਕਲਾਰਾ ਆਪਣੀ ਕਹਾਣੀ ਦੱਸਣ ਲੱਗੀ। ਉਸ ਦੇ ਨਾਲ ਜੋ ਕੁਝ ਵੀ ਹੋਇਆ ਸੀ। ਮੈਨੂੰ ਪਤਾ ਹੈ ਤੇਰੇ ਨਾਲ ਕੀ ਹੋਇਆ ਸੀ। ਡਰ ਨਾ, ਤੂੰ ਸਾਡੇ ਨਾਲ ਸੁਰੱਖਿਅਤ ਹੈ। ਕੁਝ ਦੇਰ ਬਾਅਦ ਉੱਥੇ ਇੱਕ ਬਾਂਸੁਰੀ ਦੀ ਸੋਹਣੀ ਧੁਨ ਪੂਰੇ ਵਾਤਾਵਰਣ ਵਿੱਚ ਗੂੰਜ ਗਈ ਅਤੇ ਫਿਰ ਪਰੀਆਂ ਅਤੇ ਰੰਗ-ਬਿਰੰਗੇ ਫੁੱਲ ਨੱਚਣ ਲੱਗੇ। ਕੁਝ ਦੇਰ ਬਾਅਦ ਨਟਕ੍ਰੈਕਰ ਅਤੇ ਕਲਾਰਾ ਵੀ ਨੱਚਣ ਲੱਗੇ। ਚਾਰੋਂ ਪਾਸੇ ਨੱਚਦੇ ਹੋਏ ਰੰਗ-ਬਿਰੰਗੇ ਪੇੜ, ਲਾਲੀਪੌਪਸ ਅਤੇ ਕੈਂਡੀਜ਼। ਕਲਾਰਾ ਅਤੇ ਰਾਜਕੁਮਾਰ ਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਉਹ ਸਟੇਜ ਤੇ ਹਨ। ਜਦ ਬਾਂਸੁਰੀ ਦੀ ਉਹ ਧੁਨ ਖਤਮ ਹੋ ਗਈ, ਕਲਾਰਾ ਨੇ ਆਸੇ-ਪਾਸੇ ਵੇਖਿਆ। ਉਹ ਸਟੇਜ ਤੇ ਸੀ ਅਤੇ ਆਡੀਅנס ਤਾੜੀਆਂ ਦੀ ਗੜਗੜਾਹਟ ਵਿੱਚ ਉਹਦੀ ਤਾਰੀਫ ਕਰ ਰਹੇ ਸੀ। ਕਲਾਰਾ ਨੇ ਝੁਕ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਖੁਸ਼ੀ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ। ਕਲਾਰਾ, ਕਲਾਰਾ! ਉਸੇ ਵੇਲੇ ਉਹਦੀ ਮਾਂ ਨੇ ਉਹਨੂੰ ਆਵਾਜ਼ ਦਿੱਤੀ ਅਤੇ ਫਿਰ ਕਲਾਰਾ ਨੇ ਆਪਣੀਆਂ ਅੱਖਾਂ ਖੋਲੀਆਂ। ਉਹਨੇ ਆਪਣੀਆਂ ਅੱਖਾਂ ਨੂੰ ਮਲਦੇ ਹੋਏ ਆਸੇ-ਪਾਸੇ ਵੇਖਿਆ। ਫਿਰ ਵੇਖਿਆ ਕਿ ਨਟਕ੍ਰੈਕਰ ਉਹਦੀ ਗੋਦ ਵਿੱਚ ਸੀ। ਬੜੀ ਹੈਰਾਨੀ ਨਾਲ ਕਲਾਰਾ ਦੀ ਮਾਂ ਉਹਨੂੰ ਵੇਖ ਰਹੀ ਸੀ। ਉਹਨੂੰ ਪਤਾ ਨਹੀਂ ਸੀ ਕਿ ਕਲਾਰਾ ਭਰਮ ਵਿੱਚ ਗਵਾਚ ਗਈ ਸੀ। ਪੁੱਤ, ਕੀ ਤੂੰ ਪੂਰੀ ਰਾਤ ਇੱਥੇ ਹੀ ਸੁੱਤੀ ਸੀ? ਮਾਂ, ਮੈਂ ਪਰ ਮੈਨੂੰ ਸਭ ਕੁਝ ਕਿੰਨਾ ਸੱਚ ਲੱਗ ਰਿਹਾ ਸੀ। ਆਪਣੇ ਸੁਪਨੇ ਵਿੱਚ ਵਾਪਸ ਜਾਣ ਦੇ ਖਿਆਲ ਦੀ ਖੁਸ਼ੀ ਵਿੱਚ ਕਲਾਰਾ ਨੇ ਫਿਰ ਤੋਂ ਆਪਣੀਆਂ ਅੱਖਾਂ ਬੰਦ ਕਰ ਲਈਆਂ।
दूर एक जगह ते एक ਚੱਕੀ वाला अपने 3 पुत्रां समेत रहिंदा सी। ਉਹ ਚੱਕੀ वाला गुजर गया। ਉਹਨੇ ਆਪਣੇ ਦੋਨੋਂ ਵੱਡੇ ਪੁੱਤਰਾਂ ਦੇ ਲਈ ਆਪਣੀ ਚੱਕੀ ਛੱਡ ਰੱਖੀ ਸੀ ਅਤੇ ਆਪਣੇ ਸਭ ਤੋਂ ਛੋਟੇ ਪੁੱਤਰ ਦੇ ਲਈ ਇੱਕ ਬਿੱਲਾ ਮਤਲਬ ਪੁੱਸ ਰੱਖਿਆ ਸੀ। ਉਹਦਾ ਛੋਟਾ ਪੁੱਤ ਬਹੁਤ ਨਾਰਾਜ਼ ਸੀ। ਉਹ ਇਹ ਗੱਲ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਕਿ ਉਹਦੇ ਪਿਤਾ ਜੀ ਨੇ ਉਹਦੇ ਲਈ ਸਿਰਫ ਇੱਕ ਬਿੱਲਾ ਛੱਡ ਰੱਖਿਆ ਸੀ। ਪਰ ਅਚਾਨਕ ਕੁਝ ਅਜਿਹਾ ਹੋਇਆ ਜੋ ਬਹੁਤ ਅਜੀਬ ਸੀ। ਉਸ ਬਿੱਲੇ ਨੇ ਪਲਟ ਕੇ ਜਵਾਬ ਦਿੱਤਾ, ਤੁਸੀਂ ਮੇਰੇ ਬਾਰੇ 'ਚ ਗਲਤ ਸੋਚ ਰਹੇ ਹੋ। ਮੈਂ ਤੁਹਾਡੇ ਲਈ ਤੁਹਾਡੀ ਸੋਚ ਤੋਂ ਵੀ ਵੱਧ ਕੀਮਤੀ ਹੋ ਸਕਦਾ ਹਾਂ। ਛੋਟਾ ਪੁੱਤਰ ਪੁੱਸ ਨੂੰ ਗੱਲ ਕਰਦੇ ਵੇਖ ਕੇ ਹੈਰਾਨ ਰਹਿ ਗਿਆ। ਤੂੰ ਇਹ ਕਿਵੇਂ ਹੋ ਸਕਦਾ ਹੈ? ਜੇ ਤੁਸੀਂ ਮੈਨੂੰ ਇੱਕ ਬੋਰੀ, ਇੱਕ ਹੈਟ ਤੇ ਇੱਕ ਜੋੜੀ ਬੂਟ ਲਿਆ ਕੇ ਦਿਓ, ਫਿਰ ਮੈਂ ਤੁਹਾਨੂੰ ਵਿਖਾਵਾਂਗਾ ਕਿਵੇਂ। हैरान परेशान होके छोटा पुत्र सोचन लग्या कि जे ये पुस बोल सकता है तो इनू जरूर कुछ पता होवेगा। ठीक है, वेखदे हां तू की कर सकदा है। छोटे पुत्र ने वो सारियां चीज़ां लियांदियां जो बिल्ले ने मंगियां सी। बिल्ले ने हैट पाया, बूट पाए अते शीशे विच एक पोज बना के खुद नू वेखण लग्या। फिर उन्हें लैट्यूस दा गुच्छा अते एक गाजर बोरी विच पाई अते निकल पिया। जद जंगल विच उन्हें बोरी खोली अते जमीन ते रखी, कुछ ही समय बाद एक बन्नी रैबिट सब्जियां दी ताज़ा खुशबू सूंघ के उत्थे आ गया। अते लैट्यूस ते गाजर खाण दे लई बोरी विच वड़िया। बिल्ले ने लपक के बोरी नू चक्या अते बन्नी रैबिट नू फसा के उस बोरी नू रस्सी नाल बंध दिता। उस रैबिट नू अपने मालक दे कोल लजाण दी बजाए पुस ओनू राज महल लै गया अते पहरेदारां नू कहा कि मैं महाराज नू मिलना है। उन्हां पहरेदारां नू हैट ते बूट पाए पुस नू वेख के हैरानी हुई अते ओनू उसे वेले महाराज दे कोल लै गए। हुजूर, मैं ਤੁਹਾਡੇ ਲਈ ਕੈਰੇਬਾ ਦੇ ਰਾਜਕੁਮਾਰ ਵੱਲੋਂ ਤੋਹਫਾ ਲਿਆਇਆ ਹਾਂ। ਮੇਰੇ ਮਾਲਕ, ਕੈਰੇਬਾ ਦੇ ਰਾਜਕੁਮਾਰ ਨੇ ਇਹ ਬੰਨੀ ਰੈਬਿਟ ਤੁਹਾਡੇ ਲਈ ਤਾਂ ਫੜਿਆ ਹੈ। महाराज बहुत खुश हुए तोहफा वेख के। काफी दिनों तक ये सिलसिला चलता रहा। पुस इन बूट्स महाराज दे लई तरह तरह के जानवर पकड़ लियांदा अते छेती सारे राज विच ये गल फैल गई कि कैरबा दे राजकुमार किन्ने उदार अते अमीर हन। जिवें जिवें दिन गुजरते गए महाराज की उत्सुकता वधन लगी अते फिर एक दिन उन्होंने पुस नूं पुछया कि तेरे मालक जवान हन? हाँ जी, जवान ते सोने भी। कि वो अमीर हन? बहुत अमीर ने हुजूर। ओ अपने महल विच तुहाडा स्वागत करन लई बेताब हन। महाराज अते महारानी यह सुन के बहुत खुश होए कि ओ उस खूबसूरत राजकुमार नूं बहुत छेते मिलन वाले हन। जे पुस जो कह रहा है वो सच है ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੀ ਬੇਟੀ ਦੇ ਲਈ ਪਰਫੈਕਟ ਪਤੀ ਤੇ ਰਾਜਕੁਮਾਰ ਮਿਲ ਗਿਆ ਹੈ। ਕੁਝ ਦਿਨਾਂ ਬਾਅਦ ਪੁਸ ਨੇ ਪਤਾ ਕੀਤਾ ਕਿ ਮਹਾਰਾਜ ਅਤੇ ਮਹਾਰਾਣੀ ਆਪਣੀ ਬੇਟੀ ਸਮੇਤ ਰਾਜ ਦੇ ਬਾਹਰ ਸ਼ਹਿਰ ਵੱਲ ਜਾ ਰਹੇ ਹਨ। ਮੈਂ ਐਸੇ ਦਿਨ ਦੇ ਇੰਤਜ਼ਾਰ ਵਿੱਚ ਸੀ। ਪੁਸ ਦੌੜ ਕੇ ਆਪਣੇ ਮਾਲਕ ਦੇ ਕੋਲ ਪਹੁੰਚਿਆ। ਮਾਲਕ, ਸਾਨੂੰ ਫਟਾਫਟ ਨਦੀ ਕਿਨਾਰੇ ਜਾਣਾ ਪਵੇਗਾ, ਛੇਤੀ। ਛੋਟੇ ਪੁੱਤਰ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ, ਪਰ ਉਹਨੇ ਉਹੀ ਕੀਤਾ जो पुस ने उन्हें करन नूं किया सी। पर असीं इत्थे क्यों आए हां? तैरन लई मालक। तैरन? पर मैनू तैरना नहीं आंदा। चंगा है जो नहीं आंदा। अपने कपड़े उतारो ते नदी विच कुद जाओ मालक। मेरे ते भरोसा रखो, मैं तुहानू निराश नहीं करांगा। छोटे पुत्र नूं जिवें पुस ने किया उवें उन्हें कीता अते ओ नदी विच कुद गया। पुस ने अपने मालक दे कपड़े झाड़ियां विच लको दिते। जद महाराज की सवारी नदी किनारे तो गुजरी, पुस दौड़ते हुए उन्हां दे कोल पहुंचा। मदद मदद करो मेरे मालक, कैरेबा दे राजकुमार डूब रहे हन। महाराज ने तुरंत अपने सैनिकां नूं नदी विच उतरन दा हुक्म दिता। जद सैनिक
ਪੁੱਸ ਦੇ ਮਾਲਕ ਨੂੰ ਬਚਾ ਰਹੇ ਸੀ ਤਾਂ ਪੁੱਸ ਨੇ ਮਹਾਰਾਜ ਨੂੰ ਸਾਰੀ ਕਹਾਣੀ ਸੁਣਾਈ। ਮਹਾਰਾਜ ਨੇ ਆਪਣੇ ਕੋਲ ਖੜੇ ਇੱਕ ਸੈਨਿਕ ਨੂੰ ਹੁਕਮ ਦਿੱਤਾ, ਸਾਡੇ ਕੋਲ ਜੋ ਚੰਗੇ ਕੱਪੜੇ ਹਨ ਉਹਨਾਂ ਵਿੱਚੋਂ ਕੁਝ ਰਾਜਕੁਮਾਰ ਦੇ ਲਈ ਲੈ ਕੇ ਆਓ। ਨਵੇਂ ਕੱਪੜੇ ਪਾ ਕੇ ਪੁੱਸ ਦਾ ਮਾਲਕ ਸੱਚਮੁੱਚ ਦਾ ਰਾਜਕੁਮਾਰ ਦਿਸਣ ਲੱਗਾ। ਜਦ ਰਾਜਕੁਮਾਰ ਮਹਾਰਾਜ ਦੀ ਸਵਾਰੀ ਵੱਲ ਵਧਣ ਲੱਗਾ, ਮਹਾਰਾਜ ਦੀ ਬੇਟੀ ਅਤੇ ਮਹਾਰਾਣੀ ਉਹਨੂੰ ਵੇਖਦੇ ਹੀ ਰਹਿ ਗਏ। ਰਾਜਕੁਮਾਰ ਮਹਾਰਾਜ ਵੱਲ ਆਇਆ ਅਤੇ ਝੁਕ ਕੇ ਉਹਨਾਂ ਨੂੰ ਪ੍ਰਣਾਮ ਕੀਤਾ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮਹਾਰਾਜ। ਮੇਰੇ ਮਾਲਕ, ਕੈਰੇਬਾ ਦੇ ਰਾਜਕੁਮਾਰ ਵੱਡ ਭਾਗੀ ਹੋਣਗੇ ਜੇ ਤੁਸੀਂ ਉਹਨਾਂ ਦੇ ਮਹਿਲ ਵਿੱਚ ਆ ਕੇ ਉਹਨਾਂ ਨੂੰ ਖਾਤਰਦਾਰੀ ਦਾ ਮੌਕਾ ਦਿਓਗੇ। ਮੈਂ ਹੁਣੇ ਜਾ ਕੇ ਤਿਆਰੀ ਕਰਦਾ ਹਾਂ। ਪੁੱਸ ਦੌੜਦਾ ਹੋਇਆ ਚਲਿਆ ਗਿਆ। ਛੋਟੇ ਪੁੱਤਰ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਕਿਉਂ ਉਹਨੂੰ ਕਾਰਬਾ ਦਾ ਰਾਜਕੁਮਾਰ ਕਿਹਾ ਜਾ ਰਿਹਾ ਹੈ, ਪਰ ਫਿਰ ਵੀ ਉਹਨੇ ਸੋਚਿਆ ਕਿ ਇਹ ਪੁੱਸ ਦੀ ਹੀ ਕੋਈ ਤਰਕੀਬ ਹੋਣੀ ਅਤੇ ਉਹ ਚੁੱਪ ਰਿਹਾ। ਰਾਜਕੁਮਾਰੀ ਉਸ ਸੋਹਣੇ ਰਾਜਕੁਮਾਰ ਨੂੰ ਵੇਖਦੇ ਹੀ ਉਹਨੂੰ ਚਾਹਣ ਲੱਗੀ। ਪੁੱਸ ਇੱਕ ਮਹਿਲ ਦੇ ਵੱਲ ਦੌੜਦੇ ਹੋਏ ਜਾ ਰਿਹਾ ਸੀ ਜੋ ਇੱਕ ਰਾਖਸ਼ ਦਾ ਮਹਿਲ ਸੀ। ਰਸਤੇ ਵਿੱਚ ਪੁੱਸ ਨੇ ਕਿਸਾਨਾਂ ਨੂੰ ਉੱਚੀ ਉੱਚੀ ਬੋਲਦੇ ਹੋਏ ਕਿਹਾ, ਮਹਾਰਾਜ ਆ ਰਹੇ ਹਨ। ਜੇ ਉਹ ਤੁਹਾਨੂੰ ਪੁੱਛਣ ਕਿ ਇਹ ਜ਼ਮੀਨ ਕਿਹਦੀ ਹੈ ਤਾਂ ਤੁਸੀਂ ਕਹਿਣਾ ਕਿ ਇਹ ਕੈਰੇਬਾ ਦੇ ਰਾਜਕੁਮਾਰ ਦੀ ਹੈ, ਨਹੀਂ ਤਾਂ ਉਹ ਤੁਹਾਨੂੰ ਸਜ਼ਾ ਦੇਣਗੇ। ਪੁੱਸ ਦੌੜ ਰਿਹਾ ਸੀ ਅਤੇ ਨਾਲ ਹੀ ਸਭ ਨੂੰ ਧਮਕਾ ਰਿਹਾ ਸੀ ਜੋ ਕੋਈ ਰਸਤੇ ਵਿੱਚ ਨਜ਼ਰ ਆ ਰਿਹਾ ਸੀ। ਜਦ ਮਹਾਰਾਜ ਦੀ ਸਵਾਰੀ ਉੱਥੋਂ ਗੁਜ਼ਰੀ, ਸਾਰੇ ਲੋਕਾਂ ਨੇ ਡਰ ਕੇ ਉਹੀ ਕਿਹਾ ਜੋ ਪੁੱਸ ਨੇ ਉਹਨਾਂ ਨੂੰ ਕਹਿਣ ਲਈ ਕਿਹਾ ਸੀ। ਮਹਾਰਾਜ ਨੂੰ ਹੈਰਾਨੀ ਹੋਈ ਕਿ ਰਾਜਕੁਮਾਰ ਦੀ ਇੰਨੀ ਸਾਰੀ ਜ਼ਮੀਨ ਹੈ ਅਤੇ ਉਹ ਬਹੁਤ ਖੁਸ਼ ਹੋਏ। ਇਸੇ ਦੌਰਾਨ ਪੁੱਸ ਉਸ ਰਾਖਸ਼ ਦੇ ਮਹਿਲ ਵਿੱਚ ਪਹੁੰਚਿਆ ਅਤੇ ਉਸਨੇ ਦਰਵਾਜ਼ੇ ਨੂੰ ਖੜਕਾਇਆ। ਦਰਵਾਜ਼ਾ ਇੱਕ ਵੱਡੇ ਸ਼ੋਰ ਨਾਲ ਖੁੱਲਿਆ। ਰਾਖਸ਼ ਨੇ ਇੱਕ ਹੈਟ ਤੇ ਬੂਟ ਪਾਏ ਹੋਏ ਪੁੱਸ ਨੂੰ ਵੇਖਿਆ ਤਾਂ ਉਹ ਹੈਰਾਨ ਹੋ ਗਿਆ। ਜਦ ਪੁੱਸ ਗੱਲਾਂ ਕਰਨ ਲੱਗਾ ਤਾਂ ਰਾਖਸ਼ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ। ਤੁਸੀਂ ਬੜੇ ਭਾਗਾ ਵਾਲੇ ਹੋ। ਤੂੰ ਕੌਣ ਹੈ ਤੇ ਮੇਰੇ ਮਹਿਲ ਵਿੱਚ ਕੀ ਕਰ ਰਿਹਾ ਹੈ? ਪੁੱਸ ਨੇ ਆਪਣੀ ਤਰਕੀਬ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਮੈਂ ਤੁਹਾਨੂੰ ਸਮਝਾਉਂਦਾ ਹਾਂ। ਮੈਂ ਮਹਾਰਾਜ ਦਾ ਵਫਾਦਾਰ ਸੇਵਕ ਹਾਂ ਅਤੇ ਮਹਾਰਾਜ ਨੇ ਮੈਨੂੰ ਤੁਹਾਡੀ ਕਮਾਲ ਦੀ ਜਾਦੂਗਰੀ ਬਾਰੇ ਬਹੁਤ ਕੁਝ ਦੱਸਿਆ ਹੈ। ਹਾਂ, ਇਹ ਸੱਚ ਹੈ। ਕੀ ਤੁਸੀਂ ਇੱਕ ਵੱਡੇ ਸ਼ੇਰ ਦਾ ਰੂਪ ਧਾਰ ਸਕਦੇ ਹੋ? ਜ਼ਰੂਰ ਲੈ ਸਕਦਾ ਹਾਂ। ਇਹ ਤਾਂ ਮੇਰੇ ਲਈ ਬਹੁਤ ਸੌਖਾ ਹੈ। ਉਸ ਰਾਖਸ਼ ਨੇ ਆਪਣੀ ਅਦਭੁਤ ਜਾਦੂਗਰੀ ਦਾ ਇਸਤੇਮਾਲ ਕਰਕੇ ਇੱਕ ਵੱਡੇ ਸ਼ੇਰ ਦਾ ਰੂਪ ਲੈ ਲਿਆ। ਠੀਕ ਹੈ, ਇੰਨਾ ਕਾਫੀ ਹੈ। ਰਾਖਸ਼ ਫਿਰ ਤੋਂ ਆਪਣੇ ਅਸਲੀ ਰੂਪ ਵਿੱਚ ਆਇਆ। ਇਹ ਤਾਂ ਸੱਚਮੁੱਚ ਚਮਤਕਾਰ ਹੈ, ਪਰ ਮੈਂ ਸ਼ਰਤ ਲਾ ਸਕਦਾ ਕਿ ਤੁਸੀਂ ਆਪਣੇ ਆਪ ਨੂੰ ਇੱਕ ਨਿੱਕੇ ਜਾਨਵਰ ਦੇ ਰੂਪ ਵਿੱਚ ਨਹੀਂ ਢਾਲ ਸਕਦੇ। ਉਹ ਤਾਂ ਸੰਭਵ ਹੈ। ਅਸੰਭਵ? ਮੈਂ ਕਿਸੇ ਵੀ ਜਾਨਵਰ ਦਾ ਰੂਪ ਧਾਰ ਸਕਦਾ ਹਾਂ। ਵੇਖਦੇ ਹਾਂ। ਕੀ ਤੁਸੀਂ ਚੂਹਾ ਬਣ ਸਕਦੇ ਹੋ? ਰਾਖਸ਼ ਇੰਨੀ ਜ਼ੋਰ ਨਾਲ ਹੱਸਿਆ ਕਿ ਪੁੱਸ ਨੂੰ ਇੱਕ ਜਗ੍ਹਾ ਖੜੇ ਰਹਿਣ ਵਿੱਚ ਦਿੱਕਤ ਹੋ ਰਹੀ ਸੀ ਅਤੇ ਫਿਰ ਉਸ ਰਾਖਸ਼ ਨੇ ਆਪਣੀ ਜਾਦੂਈ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਚੂਹਾ ਬਣ ਗਿਆ। ਰਾਖਸ਼ ਜਿਵੇਂ ਹੀ ਚੂਹਾ ਬਣ ਗਿਆ, ਪੁੱਸ ਨੇ ਝਪੱਟਾ ਮਾਰ ਕੇ ਉਹਨੂੰ ਫੜਿਆ ਅਤੇ ਨਿਗਲ ਲਿਆ ਅਤੇ ਰਾਖਸ਼ ਤੋਂ ਛੁਟਕਾਰਾ ਪਾਇਆ। ਕੁਝ ਹੀ ਸਮੇਂ ਵਿੱਚ ਮਹਾਰਾਜ ਦੀ ਸਵਾਰੀ ਉਸ ਰਾਖਸ਼ ਦੇ ਮਹਿਲ ਵੱਲ ਪਹੁੰਚੀ ਅਤੇ ਪੁੱਸ ਨੇ ਦੌੜ ਕੇ ਉਹਨਾਂ ਦਾ ਸਵਾਗਤ ਕੀਤਾ। ਮੇਰੇ ਹੁਜ਼ੂਰ, ਮੇਰੇ ਆਕਾ, ਕੈਰੇਬਾ ਦੇ ਰਾਜਕੁਮਾਰ ਦੇ ਮਹਿਲ ਵਿੱਚ ਤੁਹਾਡਾ ਸਵਾਗਤ ਹੈ। ਅੰਦਰ ਆ ਜਾਓ ਪਲੀਜ਼। ਮਹਾਰਾਜ, ਮਹਾਰਾਣੀ, ਰਾਜਕੁਮਾਰੀ ਅਤੇ ਰਾਜਕੁਮਾਰ ਤਾਰੀਫ ਭਰੀਆਂ ਨਜ਼ਰਾਂ ਨਾਲ ਮਹਿਲ ਨੂੰ ਵੇਖਣ ਲੱਗੇ। ਮਹਿਲ ਦੇ ਅੰਦਰ ਜਾਂਦੇ ਸਮੇਂ ਮਹਾਰਾਣੀ ਨੇ ਰਾਜਕੁਮਾਰ ਤੋਂ ਪੁੱਛਿਆ, ਮੇਰੇ ਪਿਆਰੇ ਰਾਜਕੁਮਾਰ, ਕੀ ਤੇਰਾ ਵਿਆਹ ਹੋ ਚੁੱਕਿਆ ਹੈ? ਨਹੀਂ ਮਹਾਰਾਣੀ ਜੀ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਤੁਹਾਡੀ ਖੂਬਸੂਰਤ ਬੇਟੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇੱਕ ਵੱਡੀ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਸੀ ਉਸ ਮਹਿਲ ਵਿੱਚ। ਅਤੇ ਫਿਰ ਰਾਜਕੁਮਾਰ ਤੇ ਰਾਜਕੁਮਾਰੀ ਦਾ ਵਿਆਹ ਹੋਇਆ।
ਵੇਖਿਆ ਮਾਲਕ, ਮੈਂ ਕਿਹਾ ਸੀ ਨਾ ਮੈਂ ਬਹੁਤ ਹੀ ਕੀਮਤੀ ਚੀਜ਼ ਹਾਂ। ਉਸ ਦਿਨ ਤੋਂ ਪੁੱਸ ਇਨ ਬੂਟਸ ਆਪਣੇ ਮਾਲਕ ਦਾ ਸਭ ਤੋਂ ਵਫਾਦਾਰ ਸੇਵਕ ਬਣ ਗਿਆ ਅਤੇ ਉਹ ਸਾਰੇ ਉਸ ਮਹਿਲ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੇ। ਇੱਕ ਸਮੇਂ ਦੀ ਗੱਲ ਹੈ, ਇੱਕ ਗਰੀਬ ਵਿਧਵਾ ਜਨਾਨੀ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਉਸ ਦਾ ਬੇਟਾ ਜੈਕ ਕੰਮ ਨਹੀਂ ਕਰਦਾ ਸੀ ਕਿਉਂਕਿ ਉਹ ਬਹੁਤ ਆਲਸੀ ਸੀ। ਇਸੇ ਵਜ੍ਹਾ ਕਰਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀ। ਮਾਂ, ਖਾਣ ਲਈ ਕੁਝ ਹੈ? ਮੈਨੂੰ ਭੁੱਖ ਲੱਗੀ ਹੈ। ਦਿਨ ਗੁਜ਼ਰਦੇ ਗਏ, ਉਹ ਲੋਕ ਹੋਰ ਗਰੀਬ ਹੁੰਦੇ ਗਏ। ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾ ਰਹੇ ਸੀ। ਜੈਕ ਦੀ ਮਾਂ ਨੇ ਉਸ ਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ, ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ। ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ। ਉਸ ਬੁੱਢੇ ਆਦਮੀ ਨੇ ਗਾਂ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ, ਹੈਲੋ ਮੇਰੇ ਬੱਚੇ, ਜੇ ਤੂੰ ਮੈਨੂੰ ਆਪਣੀ ਗਾਂ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇਵਾਂਗਾ। ਜੈਕ ਇਹ ਸੁਣ ਕੇ ਕਾਫੀ ਖੁਸ਼ ਹੋਇਆ। ਬੁੱਢੇ ਆਦਮੀ ਨੇ 5 ਬੀਨਸ ਆਪਣੀ ਜੇਬ ਤੋਂ ਕੱਢੀਆਂ। ਬੀਨਸ? ਪਰ ਇਹ ਜਾਦੂਈ ਬੀਨਸ ਹਨ। ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ, ਸੁਣ ਮੇਰੇ ਬੱਚੇ, ਤੂੰ ਇੱਕ ਤੇਜ਼ ਤੇ ਹੋਸ਼ਿਆਰ ਮੁੰਡਾ ਹੈ। ਇਹ ਜਾਦੂਈ ਬੀਨਸ ਲੈ ਲੈ, ਤੈਨੂੰ ਪਛਤਾਵਾ ਨਹੀਂ ਹੋਏਗਾ। ਮੇਰੀ ਗੱਲ ਮੰਨ ਲੈ। ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ ਗਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ। ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ। ਮਾਂ, ਵੇਖ ਮੈਂ ਕੀ ਲਿਆਇਆ ਹਾਂ। ਜੈਕ ਨੂੰ ਇੰਨਾ ਖੁਸ਼ ਵੇਖ ਕੇ ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ। ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਾਰਾਜ਼ ਹੋ ਗਈ। ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਿਹਾ। ਤੂੰ ਆਪਣੇ ਕਮਰੇ ਵਿੱਚ ਹੀ ਰਹੇਂਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੇ ਲਈ ਨਹੀਂ ਕਹਿੰਦੀ, ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ। ਸਵੇਰੇ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਝਾਂਕਿਆ ਤਾਂ ਉਹ ਹੈਰਾਨ ਹੋ ਗਿਆ। ਉਹਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਹ ਨਾ ਤਾਂ ਕੋਈ ਸਧਾਰਨ ਪੇੜ ਸੀ ਤੇ ਨਾ ਹੀ ਕੋਈ ਫੁੱਲ। ਇਹ ਜਾਦੂਈ ਬੀਨਸ ਦਾ ਪੇੜ ਸੀ। ਜੈਕ ਨੇ ਉਸ ਵੱਡੇ ਬੀਨ ਦੇ ਪੇੜ ਤੇ ਛਾਲ ਮਾਰੀ ਤੇ ਉਹਦੇ ਟੇਢੇ ਮੇਢੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜਨ ਲੱਗਾ। ਕੁਝ ਦੇਰ ਚੜਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ। ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ ਤੇ ਇੱਕ ਵੱਡਾ ਜਿਹਾ ਘਰ ਸੀ। ਜੈਕ ਉਸ ਘਰ ਦੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ ਅੰਦਰੋਂ ਜਵਾਬ ਦਿੱਤਾ, ਉਹ ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ? ਹਾਂ ਹੈਗਾ, ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਹਨਾਂ ਨੂੰ ਖਾ ਜਾਂਦਾ ਹੈ। ਜੈਕ ਬਹੁਤ ਡਰਿਆ ਹੋਇਆ ਸੀ ਪਰ ਉਨਾ ਹੀ ਭੁੱਖਾ ਵੀ ਸੀ। ਜਿਵੇਂ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ, ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ, ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁਕ ਜਾ ਨਿੱਕੇ ਬੱਚੇ। ਜੈਕ ਅਵਨ ਵਿੱਚ ਜਾ ਕੇ ਲੁਕ ਗਿਆ।
ਉਹ ਰਾਖਸ਼ ਕਿਚਨ ਵਿੱਚ ਜਾ ਕੇ ਸੁੰਘਣ ਲੱਗਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ ਉਹ ਰਾਖਸ਼ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਚਿਰ ਬਾਅਦ ਉਹ ਗਿਣਦੇ ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ। ਉਹਨੇ ਬੈਗ ਨੂੰ ਬੀਨ ਦੇ ਪੇੜ ਦੇ ਥੱਲੇ ਸੁੱਟਿਆ ਅਤੇ ਉਹ ਪੇੜ ਤੋਂ ਥੱਲੇ ਉਤਰਨ ਲੱਗਾ। ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਰ ਦੇ ਅੰਦਰ ਦੌੜਦਾ ਹੋਇਆ ਗਿਆ। ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ। ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਹੇ। ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ। ਜਦ ਹੋਰ ਕੋਈ ਰਸਤਾ ਨਹੀਂ ਸੀ, ਜੈਕ ਫਿਰ ਤੋਂ ਬੀਨ ਦੇ ਪੇੜ ਤੇ ਚੜ੍ਹ ਕੇ ਉਸ ਰਾਖਸ਼ ਦੇ ਘਰ ਪੁੱਜਿਆ। ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ। ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ। ਥੋੜੀ ਦੇਰ ਵਿੱਚ ਰਾਖਸ਼ ਘਰ ਪਹੁੰਚਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਰਾਖਸ਼ ਦੀ ਆਵਾਜ਼ ਸੁਣਦੇ ਹੀ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਖਾਣਾ ਹੋ ਜਾਣ ਮਗਰੋਂ ਰਾਖਸ਼ ਨੇ ਆਪਣੀ ਘਰਵਾਲੀ ਨੂੰ ਮੁਰਗੀ ਲਿਆਉਣ ਦੇ ਲਈ ਕਿਹਾ। ਜਦੋਂ ਘਰਵਾਲੀ ਮੁਰਗੀ ਲੈ ਕੇ ਆਈ, ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਹਾ। ਜੈਕ ਨੂੰ ਇਹ ਵੇਖ ਕੇ ਤਾਜਬ ਹੋਇਆ ਕਿ ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਤੇ ਜਦੋਂ ਰਾਖਸ਼ ਸੌਂ ਗਿਆ, ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵੱਲ ਦੌੜਿਆ। ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ। ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਦੇ ਪੇੜ ਤੇ ਚੜ੍ਹ ਗਿਆ। ਇਸ ਵਾਰ ਉਹ ਰਾਖਸ਼ ਦੇ ਘਰ ਵਿੱਚ ਚੁਪਕੇ ਨਾਲ ਵੜ ਗਿਆ, ਉਹਦੀ ਘਰਵਾਲੀ ਤੋਂ ਲੁਕਦੇ ਹੋਏ, ਅਤੇ ਵੱਡੇ ਜਿਹੇ ਕਾਪਰ ਦੇ ਪੌਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ। ਥੋੜੀ ਦੇਰ ਮਗਰੋਂ ਰਾਖਸ਼ ਆਇਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਇਸ ਵਾਰ ਰਾਖਸ਼ ਦੀ ਘਰਵਾਲੀ ਨੇ ਜੈਕ ਨੂੰ ਪਕੜਵਾਉਣ ਦਾ ਤੈਅ ਕੀਤਾ। ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿੱਚ ਹੋਵੇਗਾ। ਜੈਕ ਕਿਤੇ ਹੋਰ ਲੁਕਿਆ ਸੀ। ਰਾਖਸ਼ ਅਤੇ ਉਹਦੀ ਘਰਵਾਲੀ ਨੇ ਸਾਰਾ ਘਰ ਛਾਨ ਮਾਰਿਆ, ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ। ਖਾਣ ਤੋਂ ਬਾਅਦ ਰਾਖਸ਼ ਨੇ ਸੋਨੇ ਦੀ ਵੀਣਾ ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ। ਵੀਣਾ ਵਜਣ ਲੱਗੀ ਅਤੇ ਰਾਖਸ਼ ਸੌਂ ਗਿਆ। ਇਸ ਵਾਰ ਜੈਕ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ। ਇਸ ਲਈ ਉਹ ਰਾਖਸ਼ ਦੇ ਗੋਡਿਆਂ ਤੇ ਚੜ੍ਹਦਾ ਹੋਇਆ ਟੇਬਲ ਤੇ ਪਹੁੰਚਿਆ। ਪਰ ਕੁਝ ਅਜਿਹਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ। ਹੈਲਪ! ਵੀਣਾ ਚੀਖੀ। ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ। ਰਾਖਸ਼ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ। ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਖਸ਼ ਉਹਦੇ ਪਿੱਛੇ ਪਿੱਛੇ। ਜਦੋਂ ਘਰ ਪਹੁੰਚਿਆ, ਜੈਕ ਨੇ ਆਪਣੀ ਮਾਂ ਨੂੰ ਬੁਲਾਇਆ। ਮਾਂ, ਛੇਤੀ ਤਿਆਰ ਵੀ ਨਾਲ ਲੈ ਆਈ।
ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ। ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਖਸ਼ਸ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਡਿੱਗਿਆ। ਉਹ ਦੋਨੋਂ ਰਾਖਸ਼ਸ ਤੋਂ ਬਚ ਗਏ ਸੀ। ਸ਼ੁਕਰ ਹੈ ਰੱਬਾ, ਅਸੀਂ ਬਚ ਗਏ। ਉਹ ਲੋਕ ਠੀਕ ਸੀ, ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ। ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ। ਉਹਨੇ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ ਤੋਂ ਬਹੁਤ ਮਿਹਨਤ ਕਰੇਗਾ। ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ। ਹਾਂ, ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ ਮਦਦ ਦੇ ਲਈ, ਪਰ ਜੈਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ।